सतनाम वाहिगुरु साहिब जियो। सूही ललित कबीर जियो, एक कोट पंच सिखदारा। पंचे मांगै हाला, जिमी नाही मैं किसी की बोई। ऐसा दीन दुखाला, एक कोट पंच सिखदारा। पंचे मांगै हाला, जिमी नाही मैं किसी की बोई। ऐसा दीन दुखाला, हर के लोगा मोको नीत डसैं पटवारी। ऊपर पुझा कर मैं गुर पै पुकारिया, तिन्हों लिया उबारी। रहा नौ डाडी 10 मुनसफ धावें, रैयत बसन न देहीं। डोरी पूरी मापै नाही, बहु बिष्टा ला लेहीं। 72 घर एक पुरख समाया, उन दिया नाम लिखाई। धर्म राय का दफ्तर सोधिया, बाकी रिज़म न काई। संतां को मत कोई निंदो, संत राम है एको। कहो कबीर मैं सो गुर पाया, जाको जाका नाओ विवेको। संतां को मत कोई निंदो, संत राम है एको। कहो कबीर मैं सो गुर पाया, जाका नाओ विवेको। वाहिगुरु जी का खालसा, वाहिगुरु जी की फतेह। जुगो जुगो टल धन धन गुरु ग्रंथ साहिब जी। गुरु महाराज जी की अपार अजमत बख्शिश। ढलदी शाम असी सत्संगत के पल प्राप्त किए ने, इन्हां पलों नूं असीं माण रहे हाँ। लड़ीवार गुरबाणी व्याख्यान विच सूही दे पावन बचन चल रहे ने। भगत रचना है श्रोमणी भगत बाणीकार भगत कबीर जी, उन्हां दा मुकामी संदेश। इस बाणी नूं महंगी बाणी के रूप में तसव्वुर किया जाता है, क्योंकि जिहड़े मैटाफोर्स ने, जिहड़ी इन्हां च मैटाफोरिक एक प्रेजेंटेशन आ, दैट रियली वांट्स huge attention as well as concentration, and top of that the knowledge of culture, if we really want to grab the message behind these words and lines. So इहदे बाबत बीते कल कुछ गलबात हुई सीगी, अज उसे नूं ही अगे तोरांगे। इहदे च जो बात भगत कबीर जी कर रहे ने कि एक कोट पंच सिखदारा, पंचे मांगै हाला। जो रहाव दा बंद सी विचार रही सी, हर के लोगा मोको नीत डसैं पटवारी। जो पटवारी दा करैक्टर है भारती खिते दे विच या साउथ एशियन खिते दे विच, जितना वो रिश्वत खोर है, जितना वो एक तरह दे नाल सारे ਉਹਦੇ ਸਾਰੇ 'ਚ करप्शन इनवॉल्वमेंट हैगी है। ਉਹਦੀ मिसाल ਦਿੰਦਿਆਂ ਹਾਂ बाबा कबीर जी ने
ਮਨੁੱਖੀ ਮਨ ਦੇ ਅੰਦਰ ਦੇ ਵਲਵਲਿਆਂ ਦੀ ਬਾਤ ਕੀਤੀ ਹੈ, ਜਿਨ੍ਹਾਂ ਦੇ ਵਿੱਚ ਸਾਡੀ ਜ਼ਿੰਦਗੀ ਲੁੱਟ ਹੋ ਰਹੀ ਹੈ। ਸਾਡੀ ਐਨਰਜੀ, ਸਾਡੇ ਸਵਾਸ, ਸਾਡੀ ਅਟੈਂਸ਼ਨ, ਸਭ ਕੁਛ ਉਸ ਪਾਸੇ ਨੂੰ ਤੁਰਿਆ ਜਾ ਰਿਹਾ ਹੈਗਾ। ਸੋ ਕਿਹਾ ਗਿਆ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਉਹਨਾਂ ਪਟਵਾਰੀ ਤੋਂ, ਉਸ ਸਾਰੇ ਜ਼ਿੰਦਗੀ ਦੇ ਲੁੱਟ ਹੋਣ ਵਾਲੇ, ਉਸ ਸਾਰੇ ਦੇ ਸਾਰੇ ਨੁਕਸਾਨ ਤੋਂ ਬਚਣ ਵਾਸਤੇ ਹਰ ਕੇ ਲੋਕ ਆ, ਜਿਹੜੇ ਹਰੀ ਕੇ ਲੋਕ ਨੇ, ਜਿਵੇਂ ਸਾਡੇ ਵਾਸਤੇ ਹਰੀ ਕੇ ਲੋਕ ਸਾਡੇ ਸਤਿਗੁਰੂ ਨੇ, ਸਾਡੇ ਵਾਸਤੇ ਹਰੀ ਕੇ ਲੋਕ ਸਾਡੇ ਭਗਤ ਸਾਹਿਬਾਨ ਨੇ, ਉਹਨਾਂ ਦੇ ਕੋਲ ਆ ਕੇ ਪੁਕਾਰ ਕਰਦਾ ਹਾਂ। I'm asking some sort of help to come out of this misery, to come out of this type of trap। ਸੋ ਕਿਆ ਹਰ ਕੇ ਲੋਗਾ ਮੋਕੋ ਨੀਤ ਡਸਾਂ ਪਟਵਾਰੀ, ਇਹ ਮੈਨੂੰ ਤੰਗ ਕਰ ਰਹੇ ਨੇ। ਫਿਰ ਕਿਆ ਉੱਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ। ਬੀਤੇ ਕੱਲ੍ਹ ਇਸ ਮੈਟਾਫੋਰ ਦੀ ਗੱਲ ਕਰ ਰਹੇ ਸੀ ਅਸੀਂ ਕਿ ਇਹਦੇ ਵਿੱਚ ਜਦੋਂ ਕਿਤੇ ਕੋਈ ਛੋਟੇ ਅਫਸਰ ਤੰਗ ਕਰਦੇ ਸੀ ਤੇ ਫਿਰ ਰਾਜੇ ਦੇ ਕੋਲ ਲੋਕ ਬਾਹਾਂ ਚੱਕ ਕੇ ਦੁਹਾਈਆਂ ਦਿੰਦੇ ਸੀ, ਰੌਲਾ ਪਾਉਂਦੇ ਸੀਗੇ। ਸੋ ਐਗਜ਼ੈਕਟਲੀ ਇਨ ਬਿਨ ਹੈ ਕਿ ਜੇ ਸਾਡਾ ਆਪਣਾ ਕੰਟਰੋਲ ਆਪਣੇ ਹੀ ਥਾਟ ਪ੍ਰੋਸੈਸ 'ਤੇ ਨਾ ਹੋਵੇ, ਜੇ ਆਪਣਾ ਕੰਟਰੋਲ ਆਪਣੇ ਹੀ ਜੀਵਨ ਦੀਆਂ ਆਦਤਾਂ 'ਤੇ ਨਾ ਹੋਏ, ਜੀਵਨ ਦੇ ਪਰਿਪੇਖ 'ਤੇ ਨਾ ਹੋਏ, ਫਿਰ ਬੰਦਾ ਕਿੱਥੇ ਜਾਏ? ਫਿਰ ਗੁਰੂ ਕੋਲ ਜਾਏ, ਫਿਰ ਗੁਰੂ ਕੀ ਬਾਣੀ ਦੀ ਸ਼ਰਨ ਲਵੇ, ਫਿਰ ਉਹਨਾਂ ਉਪਦੇਸ਼ਾਂ ਨੂੰ ਵਾਰ-ਵਾਰ ਹੋਰ ਦੁਹਰਾਏ, ਹੋਰ ਪੜ੍ਹੇ, ਹੋਰ ਸੁਣੇ, ਹੋਰ ਡੀਪਨ ਲੈਵਲ 'ਤੇ ਉਹਨਾਂ ਦੇ ਨਾਲ ਆਪਣਾ ਜਿਹੜਾ ਹੈਗਾ ਸਾਂਝ ਬਣਾਏ, ਸੰਗਤ ਇਹੋ ਜਿਹੀ ਕ੍ਰੀਏਟ ਕਰੇ ਜਿਹਦੇ ਵਿੱਚ ਅਹਿਸਾਸ ਸ਼ੁੱਧ ਹੋ ਸਕਣ, ਬਚਾਅ ਵਾਲੇ ਹੋ ਸਕਣ। ਸੋ ਇੱਥੇ ਕਿਹਾ ਗਿਆ ਉੱਪਰ ਪੂਜਾ ਕਰ, ਮੈਂ ਉੱਪਰ ਬਾਹਾਂ ਚੁੱਕ ਕੇ ਗੁਰ ਪੈ ਪੁਕਾਰਿਆ। ਤੇ ਫਿਰ ਗੁਰੂ ਬੜਾ ਬੇਅੰਤ ਹੈ, ਤਿਨਹੋਂ ਲਿਆ ਉਬਾਰੀ, ਉਹਨੇ ਉਬਾਰ ਲਿਆ, ਉਹਨੇ ਬਚਾ ਲਿਆ। ਅਸੀਂ ਲਿਟਰਲੀ ਤੌਰ 'ਤੇ ਕਬਿਓਬਾਚ ਬੇਨਤੀ 'ਚ ਪੜ੍ਹਦੇ ਹੈਗੇ ਹਾਂ, ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ, ਹੂ ਜੋ ਸਦਾ ਹਮਾਰੀ ਪੱਛਾ ਸ਼੍ਰੀ ਅਸ ਤੁਜਿਓ ਕਰਿਓ ਰੱਛਾ। ਉਹ ਜਿਹੜੀ ਬਾਤ ਹੈ ਕਿ ਆਪ ਹੱਥ ਦੇ ਮੁਝੇ ਉਬਰੀਏ, ਹੱਥ ਦੇ ਕਿਸ ਰੂਪ 'ਚ ਉਬਾਰਨਾ, ਬਚਾ ਲੈਣਾ। ਸੋ ਕਿਆ ਉਸ ਕਰਤਾਰੀ ਰੰਗਤ ਵਾਲੇ ਗਿਆਨ ਤੇ ਉਸ ਗਿਆਨ ਤੋਂ ਬਣੇ ਗੁਰੂ ਇੰਸਟੀਟਿਊਸ਼ਨ ਨੇ ਮੇਰੀ ਮਦਦ ਕੀਤੀ ਹੈ ਤੇ ਉਹ ਤਿਨਹੋਂ ਲਿਆ ਉਬਾਰੀ, ਉਹਨੇ ਮੈਨੂੰ ਉਬਾਰ ਲਿਆ ਹੈ। ਇਹ ਰਹਾ ਉਹਦਾ ਪਤਾ ਸੀਗਾ ਜੋ ਸ਼ੁਰੂਆਤੀ ਬੰਦ ਇਸ ਪਾਵਨ ਬਚਨ ਦਾ, ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ। ਹੁਣ ਇਹਦੇ ਅੰਦਰ ਆਪ ਦੇਖੋਗੇ ਕਿ ਕੋਟ, ਕਿਲਾ ਜਾਂ ਹਵੇਲੀ, ਜਿਹੜਾ ਫਿਊਡਲ ਸਿਸਟਮ ਸੀ, ਜਗੀਰਦਾਰੀ ਸਿਸਟਮ ਸੀ, ਹਵੇਲੀਆਂ ਸੀ, ਕਿਲੇ ਸੀ, ਕਿਲਿਆਂ ਦੇ ਨਾਲ ਪਿੰਡ, ਇਲਾਕੇ ਤੇ ਜ਼ਮੀਨਾਂ ਜੁੜੀਆਂ ਹੁੰਦੀਆਂ ਸੀਗੀਆਂ। ਸਾਨੂੰ ਭਾਰਤੀ ਖਿੱਤੇ ਦੇ ਅੰਦਰ 4 ਤਰ੍ਹਾਂ ਦੀ ਜਿਹੜੀ ਉਹ ਸਾਰੀ ਟਾਊਨਸ਼ਿਪ ਆ ਉਹ ਮਿਲਦੀ ਹੈ, ਜੇ ਅਸੀਂ ਐਜ਼ ਏ ਐਂਥਰੋਪੋਲੋਜਿਸਟ ਦੇ ਲੈਵਲ 'ਤੇ ਦੇਖਦੇ ਹੈਗੇ ਹਾਂ। ਅਤੇ ਪਹਿਲੀ ਜਿਹੜੀ ਟਾਊਨਸ਼ਿਪ ਹੈ ਉਹ ਆਰੀਅਨ ਜਾਂ ਪ੍ਰੀ ਆਰੀਅਨ ਜਾਂ ਆਰੀਅਨ ਦੇ ਆਉਣ ਤੋਂ ਬਾਅਦ ਵਸਤੀ ਹੈ, ਜਿਹਦੇ 'ਚ ਜ਼ਿਆਦਾਤਰ ਧਾਰਮਿਕ ਅਸਥਾਨਾਂ ਦੇ ਆਲੇ ਦੁਆਲੇ ਨਗਰ ਵਸਦੇ ਨੇ, ਜਿਵੇਂ ਕੁਰੂਖੇਤ ਹੈ, ਕੁਰੂਕਸ਼ੇਤਰ ਜਿਹਨੂੰ ਅਸੀਂ ਕਹਿੰਦੇ ਹਾਂ, ਹਰਿਦੁਆਰ ਹੈ, ਰਿਸ਼ੀਕੇਸ਼ ਹੈ, ਗਿਆ ਹੈ, ਇਹੋ ਜਿਹੇ ਸਥਾਨ। ਮਤਲਬ ਲੋਕਾਂ ਨੂੰ ਕੋਈ ਫੈਸਿਲੀਟੇਟ ਕਰਨਾ ਜਾਂ ਸਭ ਕੁਝ, ਇਹ ਸਾਰੇ ਵਾਸਤੇ ਧਰਮ ਹੀ ਸਭ ਕੁਝ ਸੀਗਾ। ਸੋ ਧਾਰਮਿਕ ਅਸਥਾਨਾਂ 'ਤੇ ਲੋਕ ਜਾਂਦੇ ਅਤੇ ਉੱਥੇ ਚੜਾਵੇ ਦੇਣੇ, ਆਪਣੇ ਵੱਲੋਂ ਪੂਜਾ ਅਰਚਨਾ ਦੇਣੀ। ਉਹ ਸਾਰੇ ਦੇ ਨਾਲ ਉਹ ਨਗਰ ਅਮੀਰ ਹੁੰਦੇ ਗਏ, ਉੱਥੇ ਬਸਤੀਆਂ ਵੱਡੀਆਂ ਹੁੰਦੀਆਂ ਗਈਆਂ। ਉਸ ਤੋਂ ਬਾਅਦ ਫਿਰ ਸੈਕਿੰਡ ਮਾਡਲ ਆਉਂਦਾ ਹੈ ਮੁਗਲਾਂ ਦੀ ਆਮਦ ਦੇ ਨਾਲ। ਜਦੋਂ ਮੁਗਲ ਆ ਰਹੇ ਨੇ ਤੇ ਫਿਰ ਮੁਗਲ ਆ ਕੇ ਪਹਿਲਾਂ ਇਹਨਾਂ ਨਗਰਾਂ ਨੂੰ ਲੁੱਟਦੇ ਨੇ। ਤੁਸੀਂ ਦੇਖੋਗੇ ਮਹਿਮੂਦ ਗਜ਼ਨਵੀ ਤੋਂ ਲੈ ਲਓ, ਫਿਰ ਬਾਅਦ ਦੇ ਵਿੱਚ ਈਵਨ ਮੁਹੰਮਦ ਬਿਨ ਕਾਸਮ ਤੋਂ ਲੈ ਲਓ, ਪਿੱਛੇ ਹੋਰ ਚਲੇ ਜਾਓ, ਫਿਰ ਮਹਿਮੂਦ ਗਜ਼ਨਵੀ, ਫਿਰ ਮੁਹੰਮਦ ਗੌਰੀ ਨੂੰ ਲੈ ਲਓ। ਫਿਰ ਲਗਾਤਾਰ ਕਰਦਿਆਂ ਕਰਦਿਆਂ ਉਹ ਭਾਵੇਂ ਖਿਜ਼ਲੀ ਸੀਗੇ, ਭਾਵੇਂ ਤੁਗਲਕ ਸੀਗੇ, ਅਤੇ ਅਖੀਰ ਫਿਰ ਜਿਹੜਾ ਹੈਗਾ ਬਾਬਰ ਤੱਕ ਦਾ ਸਫ਼ਰ ਅਸੀਂ ਦੇਖਦੇ ਹਾਂ, ਜਿੱਥੋਂ ਮੁਗਲੀਆ ਹੁਕਮਰਾਨ ਆ ਕੇ ਬੈਠਦੇ ਨੇ। ਸੋ ਇਹ ਸਾਰੇ ਇੱਕ ਨਵਾਂ ਫਿਊਡਲ ਸਿਸਟਮ ਇੱਥੇ ਇਜਾਦ ਕਰਦੇ ਨੇ, ਜਿਹਨੂੰ ਅਸੀਂ ਜਗੀਰਦਾਰੀ ਸਿਸਟਮ ਕਹਿੰਦੇ ਹਾਂ। ਉਹਦੇ 'ਚ ਫਿਰ ਇਹ ਕੁਝ ਕਿਲੇ ਬਣਾਉਂਦੇ ਨੇ, ਕਿਲਿਆਂ ਦੇ ਆਲੇ ਦੁਆਲੇ ਬਸਤੀਆਂ ਵਸਤੀਆਂ ਨੇ, ਅਤੇ ਉਹਨਾਂ ਦੇ ਵਿੱਚ ਜਗੀਰਾਂ ਹੁੰਦੀਆਂ, ਅਤੇ ਉਹਨਾਂ ਜਗੀਰਾਂ ਜ਼ਮੀਨਾਂ ਨੂੰ ਬੋਣ ਵਾਲੇ ਮੁਜਾਰੇ ਬਿਠਾਏ ਜਾਂਦੇ। ਈਵਨ ਅਜੇ ਵੀ ਜੇਕਰ ਲਿਟਰਲੀ ਤੌਰ 'ਤੇ ਤੁਸੀਂ ਦੇਖੋਗੇ ਤੇ ਪੰਜਾਬ ਦੇ ਵਿੱਚ ਹੀ ਕੋਈ 13,000 ਦੇ ਨੇੜੇ ਪਿੰਡ ਆ, ਅਤੇ ਜੇ ਉਹਦੇ ਵਿੱਚੋਂ ਤੁਸੀਂ ਲੱਭੋਗੇ ਪਿੰਡ
ਦੁਆਬੇ ਇਲਾਕੇ 'ਤੇ ਲਿਟਰਲੀ ਤੌਰ 'ਤੇ ਪਿੰਡਾਂ ਦੇ ਨਾਵਾਂ ਨਾਲ ਮਜਾਰੇ ਮਿਲ ਜਾਏਗਾ, ਨਹੀਂ ਤੇ ਮਾਜਰਾ ਤੇ ਬਹੁਤ ਮਿਲੇਗਾ। ਮਜਾਰੇ ਤੋਂ ਹੀ ਵਿਗੜਿਆ ਹੋਇਆ ਲਫ਼ਜ਼ ਮਾਜਰਾ ਹੈ। ਹਰ ਦੂਸਰਾ ਤੀਸਰਾ ਪਿੰਡ ਮਾਜਰਾ ਹੈ, ਫਲਾਣਾ ਮਾਜਰਾ ਫਲਾਣਾ ਮਾਜਰਾ, ਕਿਉਂਕਿ ਮਜਾਰਿਆਂ ਨੂੰ ਹੀ ਰਿਪਰੈਜ਼ੈਂਟ ਕਰਦਾ ਉਹ ਵਰਡ ਜਿਹੜਾ। ਮਲਕੀਅਤ ਤਾਂ ਹੈ ਨਹੀਂ ਸੀ, ਮਲਕੀਅਤ ਤੇ ਆਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਆਮਦ ਤੋਂ ਬਾਅਦ। ਜਿੱਥੇ ਉਹਨਾਂ ਦੀ ਆਮਦ ਉਸ ਲੈਵਲ 'ਤੇ ਨਹੀਂ ਆਈ ਪੰਜਾਬ ਤੋਂ ਬਾਹਰ, ਉੱਥੇ ਫਿਊਡਲ ਸਿਸਟਮ ਅਜੇ ਵੀ ਕਾਫੀ ਵੱਡੀ ਉਹਦੀ ਮਤਲਬ ਹੋਂਦ ਹੈ। ਜਾਂ ਪਾਕਿਸਤਾਨ ਵਾਲੀ ਸਾਈਡ 'ਤੇ ਚਲੇ ਜਾਓ ਤੁਸੀਂ, ਉੱਧਰ ਵੀ ਲਾਹੌਰ ਟੱਪ ਕੇ ਪਰਲੇ ਪਾਸੇ ਪੂਰਾ ਫਿਊਡਲ ਸਿਸਟਮ ਤੁਹਾਨੂੰ ਐਜ਼ ਇਟ ਇਜ਼ ਮਿਲ ਜਾਏਗਾ। ਜਗੀਰਦਾਰ, ਹਵੇਲੀਆਂ, ਇੱਧਰਲੇ ਪਾਸੇ ਠਾਕੁਰਾਂ ਦੀਆਂ ਜ਼ਮੀਨਾਂ, ਹਜ਼ਾਰ 2-2 ਹਜ਼ਾਰ ਦੇ ਏਕੜ। ਹਾਲਾਂਕਿ ਬਾਅਦ ਦੇ ਵਿੱਚ ਅੰਡਰ ਦਾ ਲਿਬਰਲਿਜ਼ਮ ਔਰ ਅੰਡਰ ਦਾ ਨੈਸ਼ਨਲਿਜ਼ਮ ਜਿਹੜੀ ਹੈ ਇੰਦਰਾ ਗਾਂਧੀ ਨੇ ਅਤੇ ਕੁਝ ਉਸ ਤੋਂ ਪਹਿਲਾਂ ਪਟੇਲ ਨੇ ਉਸ ਤਰੀਕੇ ਨਾਲ ਕੁਝ ਲਾ ਲਿਆਂਦੇ ਜਿਨ੍ਹਾਂ ਦੇ ਅੰਡਰ ਜ਼ਮੀਨਾਂ ਨੂੰ ਮਤਲਬ ਵਿਕੇਂਦਰੀਕ੍ਰਿਤ ਕੀਤਾ ਗਿਆ, ਵੰਡਿਆ ਗਿਆ, ਸਭ ਚੀਜ਼ਾਂ ਹੋਈਆਂ। ਬਟ ਫਿਰ ਵੀ ਜਿਹੜਾ ਫਿਊਡਲ ਸਿਸਟਮ ਦਾ ਪ੍ਰਭਾਵ ਹੈ ਉਹ ਕਿਤੇ ਗਿਆ ਨਹੀਂ, ਉਹ ਐਜ਼ ਇਟ ਇਜ਼ ਮੌਜੂਦ ਆ। ਬਾਬਾ ਕਬੀਰ ਜੀ ਉਹਦੀ ਮਿਸਾਲ ਦਿੰਦੇ ਮੈਟਾਫੋਰ ਦੇ ਰੂਪ ਵਿੱਚ, ਤਾਂ ਕਿ ਲੋਕਾਂ ਨੂੰ ਸਮਝ ਆਏ ਇਹ ਗੱਲ ਕੀ ਹੋ ਰਹੀ ਹੈ। ਅਦਰਵਾਈਜ਼ ਦੇਖੋ, ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਹਿਊਮਨ ਬਾਡੀ ਜਾਂ ਹਿਊਮਨ ਮਾਈਂਡ ਬਾਰੇ ਈਸਟਰਨ ਸਕੂਲ ਆਫ ਥਾਟ ਦੇ ਵਿੱਚ, ਜਿਹੜੀ ਸਾਊਥ ਏਸ਼ੀਆ ਦੇ ਵਿੱਚ ਡੋਮੀਨੇਟਿੰਗ ਧਿਰ ਸੀਗੀ, ਭਾਵੇਂ ਉਹ ਬ੍ਰਾਹਮਣ ਸੀ ਅਤੇ ਭਾਵੇਂ ਐਲੀਟ ਸੀਗਾ, ਉਹਦੇ ਕੋਲ ਗਿਆਨ ਨਹੀਂ ਸੀਗਾ। ਨਾ, ਗਿਆਨ ਤਾਂ ਬਹੁਤ ਸੀਗਾ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਇਹਦੀ ਬਾਤ ਬਾਣੀ 'ਚ ਵੀ ਵਾਰ-ਵਾਰ ਆਉਂਦੀ ਹੈ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰਹਿ ਜਿਉ ਬੇਤਾਲਿਆ, ਜਾਂ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੀ। ਪਰ ਐਕਚੁਅਲ ਲੈਵਲ 'ਤੇ ਉਹ ਜਿਹੜਾ ਗਿਆਨ ਹੈ ਉਹ ਭਾਵੇਂ ਵੈਦਿਕ ਸ਼ਾਸਤਰਾਂ ਵਿੱਚੋਂ ਆਇਆ ਜਾਂ ਲੋਕਾਂ ਨੇ ਪਰਸਨਲ ਤੌਰ 'ਤੇ ਆਪਣੇ ਇੰਟਲੈਕਟ ਵਿੱਚੋਂ, ਆਪਣੇ ਐਕਸਪੀਰੀਅੰਸ ਵਿੱਚੋਂ ਗੇਨ ਕੀਤਾ, ਜਿਵੇਂ ਯੋਗ ਮਤ ਆ, ਪਤੰਜਲੀ ਆ, ਹੋਰ ਇਹੋ ਜਿਹੀਆਂ ਚੀਜ਼ਾਂ ਨੇ। ਇਸੇ ਲਈ ਬਾਬਾ ਨਾਨਕ ਜੀ ਸਿੱਧੇ ਤੌਰ 'ਤੇ ਬਾਤ ਕਰਦੇ ਜਪਜੀ ਸਾਹਿਬ ਦੇ ਵਿੱਚ, ਕਿਉਂ ਜੋਗੀ ਤੈਨੂੰ ਮੋਕਸ਼ ਕਿਵੇਂ ਮਿਲੇਗਾ, ਤੇਰੀ ਸਾਲਵੇਸ਼ਨ ਕਿਵੇਂ ਹੋਏਗੀ? ਕਿਉਂਕਿ ਕਾਰਨ ਇਹ ਹੈ ਕਿ ਤੂੰ ਆਪਣੀ ਰੂਪ ਵਿੱਚ ਤਿਆਗੀ ਵਿਖਾ ਰਿਹਾ ਹੈ, ਪਰ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਸਿੰਘੀ ਦੇ ਨਾਦ ਤੇ ਤੂੰ ਸੁਣਦਾ ਬੈਠ ਕੇ, ਪਰ ਭੁਗਤ ਗਿਆਨ ਜਿਹੜਾ ਤੈਨੂੰ ਭੁਗਤ ਮਿਲੀ ਹੈ, ਜਿਹੜਾ ਤੈਨੂੰ ਗਿਆਨ ਮਿਲਿਆ ਆ, ਉਹ ਆਮ ਲੋਕਾਈ ਤੱਕ ਤੂੰ ਕਦੋਂ ਵੰਡ ਰਿਹਾ, ਕਦੋਂ ਤੂੰ ਪਹੁੰਚਾ ਰਿਹਾ ਉਸ ਰੂਪ ਦੇ ਵਿੱਚ। ਜੇ ਅੱਜ ਵੀ ਦੇਖਿਆ ਜਾਏ ਤਾਂ ਇੱਕ ਬੜੀ ਸੈਲੇਬ੍ਰਿਟੀ ਦੇ ਲੈਵਲ ਤੱਕ ਪਹੁੰਚਣ ਵਾਲਾ ਜੋਗੀ ਜਿਹੜਾ ਆ, ਉਹ ਇੱਕ ਬਿਜ਼ਨਸ ਟਾਈਕੂਨ ਦੇ ਰੂਪ ਵਿੱਚ ਉੱਭਰਿਆ, ਅਤੇ ਉਸਦਾ ਬਾਅਦ ਦੇ ਵਿੱਚ ਉਸ ਸਾਰੇ ਦੇ ਨਾਲ ਉਹਦਾ ਛਲਾਵਾ ਵੀ ਸਾਰਾ ਬਾਹਰ ਆ ਗਿਆ ਵੀ ਇਹ ਹੋ ਕੀ ਰਿਹਾ ਆ। ਪਰ ਜਿਸ ਕੁਝ ਸਮਝ ਹੈ, ਜੇ ਕੁਝ ਸੋਝੀ ਹੈ ਚੀਜ਼ਾਂ ਦੀ, ਪਦਾਰਥਾਂ ਦਾ ਇਸ ਸਰੀਰ ਦੇ ਨਾਲ ਵਾਸਤਾ ਜਿਹੜਾ ਬਣਦਾ ਆ, ਉਸ ਨੂੰ ਲੋਕਾਈ ਦੇ ਕਲਿਆਣ ਹਿੱਤ ਵੰਡਿਆ ਜਾਏ, ਭਲੇ ਹਿੱਤ ਵੰਡਿਆ ਜਾਏ। ਸਾਨੂੰ ਫਾਰਮਾਕੋਲੋਜੀ ਸਿਸਟਮ ਦੇ ਨਾਲ, ਅੱਜ ਦਾ ਜਿਹੜਾ ਫਾਰਮਾਕੋਲੋਜੀਕਲ ਸਿਸਟਮ ਹੈ, ਇਹ ਐਲੋਪੈਥੀ ਨਾਲ ਬਹੁਤ ਸਾਰੇ ਇਤਰਾਜ਼ ਹੋਣਗੇ, ਪਰ ਇੱਕ ਚੀਜ਼ ਮੰਨਣੀ ਪਏਗੀ, ਇਹਨੂੰ ਰੈਗੂਲੇਟ ਕੀਤਾ ਗਿਆ ਹੈ। ਹਾਲਾਂਕਿ ਇੰਨੀਆਂ ਵੱਡੀਆਂ ਇਨਵੈਸਟਮੈਂਟਸ ਤੋਂ ਬਾਅਦ ਵੀ ਜਿਹੜੀਆਂ ਮਲਟੀ ਨੈਸ਼ਨਲ ਕਾਰਪੋਰੇਸ਼ਨਸ ਹੈਗੀਆਂ ਨੇ, ਉਹਦੇ ਬਾਵਜੂਦ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਨਾਲ ਪਾਬੰਦ ਕੀਤਾ ਜਾਂਦਾ ਹੈ ਕਿ ਲੋਕਾਂ ਦੀ ਲੁੱਟ ਘੱਟ ਹੋਏ ਅਤੇ ਲੋਕਾਂ ਨੂੰ ਫਾਇਦਾ ਜ਼ਿਆਦਾ ਹੋਏ। ਇਹ ਮਾਡਲ ਲਿਆਂਦਾ ਗਿਆ। ਇਸੇ ਕਰਕੇ ਅੱਜ ਜਿਹੜਾ ਦਵਾਈਆਂ ਨੇ ਉਹ ਆਮ ਲੋਕਾਂ ਤੱਕ ਮੁਯੱਸਰ ਵੀ ਹੈਗੀਆਂ। ਈਵਨ ਸਾਡੇ ਇੱਥੇ ਹੁਣ ਜਿੱਥੇ ਨੈਸ਼ਨਲ ਮੈਡੀਕਲ ਮਾਡਲ ਹੈ, ਉਹੀ ਦੇ ਅੰਡਰ ਜਾਂ ਸਟੇਟ ਪ੍ਰੋਵਿੰਸ਼ੀਅਲ ਸਿਸਟਮ ਦੇ ਅੰਡਰ ਹੁਣ ਨੈਸ਼ਨਲ ਫਾਰਮਾਕੋਲੋਜੀਕਲ ਮਾਡਲ ਵੀ ਲਿਆਂਦਾ ਜਾਂਦਾ ਹੈ, ਤਾਂ ਕਿ ਜਿਹੜਾ ਹੈਗਾ ਜਿਹੜੀ ਦਵਾਈ ਹੈ ਫਾਰਮਾਂ ਦੀ, ਉਹ ਵੀ ਮਿਲ ਸਕੇ ਲੋਕਾਂ ਤੱਕ। ਇਹ ਸਭ ਚੀਜ਼ਾਂ ਲੋਕ ਕਲਿਆਣ ਹਿੱਤ ਨੇ। ਬਾਬਾ ਜੀ ਜਦੋਂ ਬਾਤ ਕਰਦੇ, ਬਾਬਾ ਜੀ ਕਹਿੰਦੇ ਕਿ ਗੱਲ ਇਹ ਹੈ ਕਿ ਇਹ ਹੈ ਤੇ ਬੜਾ ਕੰਪਲੈਕਸ ਮਸਲਾ, ਬੰਦੇ ਨੂੰ ਸਮਝਣਾ, ਬੰਦੇ ਦੇ ਸਰੀਰ ਨੂੰ ਸਮਝਣਾ, ਬੰਦੇ ਦੇ ਮਾਈਂਡ ਨੂੰ ਸਮਝਣਾ। ਪਰ ਇਹ ਸਮਝਿਆ ਜਾ ਸਕਦਾ ਹੈ। ਇਹਦੇ ਨਾਲ ਸਮਝਣ ਤੋਂ ਬਾਅਦ ਬੰਦਾ ਆਪਣੇ ਆਪ ਨੂੰ, ਜੀਵਨ ਨੂੰ ਮਾਣ ਸਕਦਾ, ਜੀ ਸਕਦਾ ਆ। ਪਰ ਹੁੰਦਾ ਕੀ ਹੈ ਕਿ ਸਾਡੇ ਮਾਈਂਡ ਅਤੇ ਸਾਡੇ ਬਾਡੀ ਦੀਆਂ ਕੁਝ ਇਸ਼ੂਜ਼ ਜਿਹੜੇ ਨੇ ਉਹ ਸਾਨੂੰ ਲਗਾਤਾਰ ਬੌਦਰ ਕਰਦੇ। ਅਸੀਂ ਉਹਨਾਂ 'ਚ ਹੀ 2-4 ਹੁੰਦਿਆਂ ਅੱਜ ਤੁਸੀਂ ਦੇਖੋ ਮੈਂਟਲ ਹੈਲਥ ਦੇ ਲੋਕ ਸ਼ਿਕਾਰ ਹੋਏ ਵਿਚਾਰੇ, ਉਮਰਾਂ ਐਵੇਂ ਭੋਗ ਜਾਂਦੇ ਸਾਰੇ ਦੀਆਂ ਸਾਰੀਆਂ। ਬਾਬਾ ਕਬੀਰ ਜੀ ਨੇ ਉਸ ਸਾਰਿਆਂ ਨੂੰ ਸਮਝਾਉਣ ਵਾਸਤੇ ਇੱਥੇ ਇੱਕ ਮੈਟਾਫੋਰ ਯੂਜ਼ ਕੀਤਾ। ਕਹਿੰਦੇ ਏਕ ਕੋਟ ਇੱਕ ਕਿਲ੍ਹਾ ਹੈ। ਜਿਵੇਂ ਫਿਊਡਲ ਸਿਸਟਮ ਵਿੱਚ ਹੁੰਦਾ ਵੀ ਇੱਕ ਕਿਲ੍ਹਾ ਤੇ ਉਹਦੀ ਆਲੇ ਦੁਆਲੇ ਪੂਰੀ ਦੀ ਪੂਰੀ ਰਿਆਸਤ ਹੁੰਦੀ ਹੈ।
ਕਹਿੰਦੇ ਏਕ ਕੋਟ, ਤੇ ਇੱਕ ਕੋਟ ਜਿਹੜਾ ਆ ਉਹਦਾ ਮਾਲਕ ਤੇ ਇੱਕ ਹੀ ਹੋਏਗਾ। ਇੱਥੇ ਕੀ ਹੈ, ਇੱਥੇ ਪੰਜ ਸਿੱਕਦਾਰਾ। ਹੁਣ ਜਿਹੜੇ ਸਿੱਕਦਾਰ ਨੇ, ਸਿੱਕਦਾਰ ਐਕਚੁਅਲ ਲੈਵਲ ਤੇ ਜਿਨ੍ਹਾਂ ਦਾ ਸਿੱਕਾ ਚੱਲਦਾ, ਜਿਹੜੇ ਧੱਕਾ ਕਰਦੇ ਨੇ, ਜਿਵੇਂ ਲਟੇਰੇ ਹੁੰਦੇ ਨੇ, ਮਤਲਬ ਉਹਨਾਂ ਦੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਜਾਂ ਲੋਕਾਂ ਦੇ ਪ੍ਰਤੀ ਉਹਨਾਂ ਦੇ ਵਿੱਚ ਕੋਈ ਤਰਸ ਵਾਲਾ ਭਾਵ ਨਹੀਂ ਹੁੰਦਾ ਨਾ। ਜੇ ਆਪਾਂ ਹੁਕਮਰਾਨਾਂ ਦੀ ਬਾਤ ਕਰੀਏ ਨਾ, ਤੇ ਅੱਜ ਦੀ ਹੁਕਮਰਾਨ ਨੂੰ ਵੀ ਦੇਖ ਲਵੋ ਤੁਸੀਂ, ਜਿਨ੍ਹਾਂ ਲੋਕਾਂ ਦੇ ਕਲਿਆਣ ਦੀਆਂ ਗੱਲਾਂ ਕੀਤੀਆਂ ਗਈਆਂ, ਜਿਨ੍ਹਾਂ ਲੋਕਾਂ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਗਈਆਂ, ਉਹ ਲੋਕ ਸੜਕਾਂ ਤੇ ਰੁਲ ਰਹੇ ਨੇ, ਪਰ ਹੂ ਕੇਅਰ। ਇੱਥੇ ਤੇ ਹਕੀਕਤ ਇਹ ਹੈ ਵੀ ਇੱਕ ਬੰਦੇ ਨੂੰ ਵੀ ਕੰਡਾ ਚੁੱਭੇ ਤੇ ਹਾਕਮ ਜਮਾਤ ਹੈ, ਉਹਨੂੰ ਤੇ ਹੋਣਾ ਚਾਹੀਦਾ ਵੀ ਨਾ ਭਾਈ ਮੇਰੇ ਹੁੰਦੇ ਇਹ ਚੀਜ਼ ਹੋਈ, ਨਾ ਦੈਟਸ ਨਾਟ ਗੁੱਡ। ਆਪਾਂ ਜੇ ਪਿਛੋਕੜ 'ਚ ਦੇਖੀਏ ਤੇ ਪਿਛੋਕੜ ਦੇ ਵਿੱਚ ਕੀ ਹੁੰਦਾ, ਗੁਰੂ ਬਾਬਾ ਜੀ ਐਵੇਂ ਨਹੀਂ ਕਹਿੰਦੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਮਤਲਬ ਹਾਲਤ ਇਹ ਹੈ ਕਿ ਸ਼ੀਹਾਂ ਵਰਗਾ ਉਹਨਾਂ ਦਾ ਵਰਤਾਓ ਹੈ ਲੋਕਾਂ ਦੇ ਉੱਤੇ। ਉਹ ਸਿੱਕਦਾਰ ਨੇ, ਧੱਕਾ ਕਰਦੇ ਨੇ। ਹੁਣ ਅੱਜ ਲੋਕੀ ਤਾਜ ਮਹਿਲ ਵੇਖਣ ਲਈ ਜਾਂਦੇ, ਸਿੰਬਲ ਆਫ ਲਵ, ਮੁਹੱਬਤ ਦਾ ਇੱਕ ਜਿਹੜਾ ਹੈ ਮਜ਼ਮਾ ਇਸ ਰੂਪ ਵਿੱਚ ਕਿਹਾ ਜਾਂਦਾ। ਉਹਦੀ ਕਦੀ ਬੰਤਰ ਤੇ ਦੇਖੋ, ਬੰਤਰ ਕਿਵੇਂ ਬਣੀ ਹੈ। ਗੁਰਬਤ ਦੇ ਮਾਰੇ ਹੋਏ ਲੋਕਾਂ ਤੋਂ ਧੱਕੇ ਦੇ ਨਾਲ ਟੈਕਸ ਦੀ ਵਸੂਲੀ ਕਰ ਕਰਕੇ, ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਦੀ ਉਜਰਤ ਦਾ ਹਿੱਸਾ ਲੈ ਲੈ ਕੇ, ਟੈਕਸ ਸਾਰਾ ਜਨਰੇਟ ਕਰਕੇ, ਉੱਥੇ ਫੋਰਸਫੁਲੀ ਲੇਬਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਕਰਾਣਾ ਦੀਆਂ ਖਾਨਾਂ 'ਚ ਪੱਥਰ ਪੱਟਣ ਲਈ ਬਿਠਾਈ ਜਾਂਦੀ ਹੈ। ਫਿਰ ਉਹਨਾਂ ਨੂੰ ਜਾ ਕੇ ਤਰਾਸ਼ਣ ਵਾਸਤੇ ਚੜ੍ਹਦੀ ਸਵੇਰ ਦੇ ਨਾਲ ਜਿਹੜੇ ਹੁਕਮਰਾਨ ਜਮਾਤ ਦੇ ਧਿਰਾਂ ਨੇ, ਉਹ ਛਾਂਟੇ ਹੱਥਾਂ 'ਚ ਫੜ ਕੇ ਲੋਕਾਂ ਨੂੰ ਉਠਾਉਂਦੇ ਨੇ, ਚਲੋ ਕੰਮ ਤੋਂ ਲੇਟ ਹੋ ਰਹੇ, ਉੱਠੋ ਤਾਂ, ਇਸ ਰੂਪ ਦੇ ਅੰਦਰ। ਮਤਲਬ ਜੇ ਤੁਸੀਂ ਐਜ਼ ਐ ਐਂਥਰੋਪੋਲੋਜਿਸਟ ਸਹੀ ਰੂਪ ਵਿੱਚ ਹਿਸਟਰੀ ਦਾ ਮੁਆਇਨਾ ਕਰੋ ਤਾਂ ਪਤਾ ਲੱਗੇਗਾ ਤਾਜ ਮਹਿਲ ਤੇ ਲੱਗੀ ਹੋਈ ਇੱਕ ਸਿੱਲ ਨਹੀਂ ਗੀ ਅਸਲ ਦੇ ਵਿੱਚ, ਪਤਾ ਨਹੀਂ ਕਿਤਨੀਆਂ ਜਾਨਾਂ ਤੇ ਬੰਦਿਆਂ ਦੀ ਇੱਕ ਪਸਰੀ ਜਾਨਵਰ। ਗਰਮੀ ਦੇ ਦਿਨਾਂ ਦੇ ਵਿੱਚ ਕਿਹਾ ਗਿਆ ਕਿ ਭਾਈ ਗਰਮੀ ਬਹੁਤ ਹੋ ਗਈ ਹੈ, ਖਾਸ ਕਰਕੇ ਆਗਰਾ ਤੇ ਰਾਜਸਥਾਨ ਦੇ ਇਸ ਇਲਾਕੇ ਦੇ, ਰੇਗਿਸਤਾਨ ਦੇ ਇਲਾਕੇ ਤੋਂ ਮਕਰਾਣਾ ਦੀਆਂ ਖਾਨਾਂ 'ਚੋਂ ਪੱਥਰ ਨਿਕਲ ਕੇ ਆਉਂਦਾ ਸੀਗਾ। ਉੱਥੇ ਵੀ ਗਰਮੀ ਬਹੁਤ ਹੈ ਤੇ ਢੋਆ ਢਵਾਈ ਲੋਜਿਸਟਿਕ ਦਾ ਸਾਰਾ ਕੰਮ ਜਾਨਵਰ ਕਰਦੇ ਸੀਗੇ, ਊਂਠ ਗੱਡੇ ਇਹ ਕਰਦੇ ਸੀਗੇ, ਬਲਦ ਵਗੈਰਾ, ਤੇ ਮਰ ਬਹੁਤ ਰਹੇ ਨੇ, ਗਰਮੀ ਬਹੁਤ ਹੈ, ਤੇ ਇਸ ਕਰਕੇ ਕੰਮ ਰੋਕ ਦਈਏ। ਉਹ ਕਹਿੰਦਾ ਜਿਹੜਾ ਇਹ ਗੱਲ ਕਹਿੰਦਾ ਉਹਨੂੰ ਮਾਰ ਦਿਓ, ਚੱਲਣ ਦਿਓ ਐਜ਼ ਇਟ ਇਜ਼। ਪਤਾ ਨਹੀਂ ਕਿਤਨਾ ਜਾਨਵਰ ਮਰਿਆ ਉੱਥੇ ਗਰਮੀ ਦੇ ਵਿੱਚ। ਇਹਦੀ ਭੇਟ ਚੜ ਗਿਆ ਕਿ ਭਾਈ ਇਹਦੇ ਤੇ ਪੱਥਰ ਲੱਗਣਾ ਲਿਸ਼ਕਦਾ ਹੋਇਆ, ਸੋ ਇਸ ਕਰਕੇ ਰਾਤ ਦਿਨ ਉੱਤੇ ਕੰਮ ਲਗਾਇਆ ਗਿਆ। ਹੁਣ ਧੱਕਾ ਹੀ ਹੈ, ਇਹਦੇ ਨਾਲ ਕੀ ਲੋਕ ਕਲਿਆਣ ਹੋ ਗਿਆ, ਕੀ ਇਹਦੇ ਨਾਲ ਲੋਕਾਂ ਦਾ ਭਲਾ ਹੋ ਗਿਆ। ਸੋ ਇਹ ਜਿਨ੍ਹਾਂ ਦੇ ਕੋਲ ਕੋਟ ਹੈ, ਕੋਟ ਦਾ ਮਤਲਬ ਕਿਲੇ ਵਾਲੇ ਜਿਹੜੇ ਮਲਕੀਅਤ ਰੱਖਦੇ ਨੇ, ਜਿਨ੍ਹਾਂ ਦੇ ਕੋਲ ਬਾਦਸ਼ਾਹਤ ਹੈ, ਜਿਨ੍ਹਾਂ ਦੀ ਪਾਵਰ ਹੈ, ਜਿਨ੍ਹਾਂ ਕੋਲ ਕਿਸੇ ਤਰੀਕੇ ਨਾਲ ਸਟਰੈਂਥ ਆ ਗਈ ਲੋਕਾਂ ਦੇ ਉੱਤੇ ਰਾਜ ਕਰਨ ਦੀ, ਉਹ ਫਿਰ ਇਸ ਰੂਪ ਵਿੱਚ ਬਣ ਗਏ ਕਿ ਸਿੱਕਦਾਰ। ਉਹਨਾਂ ਨੂੰ ਕੋਈ ਪੁੱਛ ਪੜਤਾਲਣ ਵਾਲੇ ਨੂੰ ਸਿੱਕਾ ਚੱਲਦਾ, ਜੋ ਮੂੰਹ ਤੋਂ ਕਹਿਤਾ ਉਹੀ ਲਫ਼ਜ਼ ਆਖਰੀ ਲਫ਼ਜ਼ ਹੈ। ਜਿਸ ਕਿਸਮ ਦੀ ਬਾਤ ਕਹਿ ਦਿੱਤੀ, ਕੋਈ ਉੱਥੇ ਐਡਵਾਈਜ਼ਰੀ ਕਮੇਟੀ ਨਹੀਂ, ਕੋਈ ਉੱਥੇ ਉਸ ਚੀਜ਼ ਨੂੰ ਦੁਬਾਰਾ ਜਿਹੜਾ ਹੈ ਰੀਕਨਸੀਡਰ ਕਰਨਾ ਜਾਂ ਰੀਕਨਸਲਟ ਕਰਨਾ ਜਾਂ ਦੁਬਾਰਾ ਲੋਕ ਰਾਏ ਲੈਣੀ, ਸਭ ਐਸਾ ਕੁਛ ਨਹੀਂ। ਬਾਬਾ ਕਬੀਰ ਜੀ ਨੇ ਉਸ ਮਾਡਲ ਦੀ ਐਗਜ਼ਾਮਪਲ ਕੀਤੀ। ਕਹਿੰਦੇ ਕੋਟ ਇੱਕ ਕੋਟ ਹੈ, ਤੇ ਉਹ ਕੋਟ ਲੋਕਾਂ ਦੇ ਕਲਿਆਣ ਵਾਸਤੇ, ਲੋਕਾਂ ਦੇ ਭਲੇ ਵਾਸਤੇ, ਲੋਕਾਂ ਦੇ ਵੈਲ ਬੀਇੰਗ ਵਾਸਤੇ ਹੋਣਾ ਚਾਹੀਦਾ ਸੀਗਾ। ਉਹ ਨਿਜ਼ਾਮ ਜਿਹੜਾ ਹੈ, ਪੰਜ ਸਿੱਕਦਾਰ, ਪੰਜ ਲਟੇਰੇ ਸਰਦਾਰ ਉੱਤੇ ਬੈਠ ਕੇ ਸਿੱਕਦਾਰ ਬਣ ਕੇ ਉਸ ਰੂਪ ਦੇ ਵਿੱਚ ਪੰਚੇ ਮੰਗੈ ਹਾਲਾ। ਪੰਚੇ ਮੰਗੈ ਹਾਲਾ, ਹਾਲਾ ਲਫ਼ਜ਼ ਹਲ ਤੋਂ ਬਣਿਆ। ਖੇਤ ਵਿੱਚ ਜਿੰਨੇ ਹਲ ਚਲਾਉਂਦੇ, ਜਿੰਨੇ ਹਲਾ ਘਰਾਂ ਦੇ ਵਿੱਚ ਹਲ ਹੁੰਦੇ, ਬਲਦ ਦੀ ਜੋੜੀ ਹੁੰਦੀ, ਉਹਦੇ ਮੁਤਾਬਕ ਟੈਕਸ ਹੁੰਦਾ। ਲੋਕੀ ਮੁਗਲੀਆ ਹੁਕਮਰਾਨਾਂ ਦੇ ਸਮੇਂ ਵੀ ਰਿਹਾ, ਬਾਅਦ ਵਿੱਚ ਅੰਗਰੇਜ਼ਾਂ ਦੇ ਸਮੇਂ ਵੀ ਆਮ ਕਰਕੇ ਰਿਹਾ ਕਿ ਲੋਕਾਂ ਦੇ ਘਰਾਂ 'ਚ ਹਲ 4 ਹੋਣੇ ਤਾਂ ਉਹਨਾਂ ਨੇ ਕਹਿਣਾ 2 ਲਿਖਾ ਦਿਓ ਪਟਵਾਰੀ ਨੂੰ ਪੈਸੇ ਦੇ ਕੇ, ਤਾਂ ਕਿ ਹਾਲਾ ਘੱਟ ਦੇਣਾ ਪਏ, ਜਿਹਨੂੰ ਅੱਜ ਦੀ ਤਾਰੀਖ ਦੇ ਵਿੱਚ ਅਸੀਂ ਠੇਕਾ ਕਹਿ ਦਿੰਦੇ ਹਾਂ, ਲੀਜ਼ ਕਹਿ ਦਿੰਦੇ ਹਾਂ। ਇਹਦੀ ਇਸ ਕਿਸਮ ਦੀ ਫਾਰਮ ਆ, ਪਰ ਪੁਰਾਣੇ ਸਮੇਂ ਇਹ ਫਾਰਮ ਅਨਾਜ 'ਚ ਹੁੰਦੀ ਸੀ, ਪੈਸੇ 'ਚ, ਰੋਕੜ 'ਚ ਨਹੀਂ ਸੀ ਹੁੰਦੀ। ਰੋਕੜ ਦੇ ਵਿੱਚ ਅੰਗਰੇਜ਼ ਲੈ ਕੇ ਆਇਆ ਜਦੋਂ ਮੰਡੀ ਦੀ ਸ਼ਕਲ ਬਦਲੀ ਹੈ। ਖੈਰ, ਬਾਬਾ ਕਬੀਰ ਜੀ ਨੇ ਜੋ ਬਾਤ ਕੀਤੀ, ਕਹਿੰਦੇ ਪੰਚੇ ਮੰਗੈ ਹਾਲਾ। ਇਹ ਪੰਜੇ ਦੇ ਪੰਜੇ ਚੋਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਕਿਲੇ ਦੇ ਵਿੱਚ ਆ ਬੈਠੇ ਨੇ ਸਰੀਰ ਰੂਪ ਦੇ ਵਿੱਚ, ਤੇ ਇਹ ਸਾਰੀ ਪੂੰਜੀ ਲੁੱਟੀ ਜਾ ਰਹੇ ਨੇ, ਸਾਰਾ ਖਾਈ ਜਾ ਰਹੇ ਨੇ, ਹਾਲਾ ਖਾਈ ਜਾ ਰਹੇ ਨੇ। ਜਿਮੀ ਨਾ ਹੀ ਕਿਸੇ ਕੀ ਬੋਈ, ਜਿਮੀ ਨਾ ਹੀ ਮੈਂ ਕਿਸੇ ਕੀ ਬੋਈ। ਕਹਿੰਦੇ ਕਮਾਲ ਦੀ ਗੱਲ ਇਹ ਹੈ ਵੀ ਇਹਨਾਂ ਸਾਰੇ ਸਿੱਕਦਾਰਾਂ ਦੀ ਕਿਸੇ ਦੀ ਮੈਂ ਜ਼ਮੀਨ ਨਹੀਂ ਬੋਂਦਾ, ਮੈਂ ਤੇ ਮੁਜਾਰਾ ਹੀ ਨਹੀਂ ਇਹਨਾਂ ਕਿਸੇ ਦਾ, ਮੇਰੀ ਤੇ ਕੋਈ ਇਹਨਾਂ ਲੈਣ ਦੇਣ ਹੀ ਨਹੀਂ ਹੈ। ਬੰਦੇ ਦਾ ਜੀਵਨ
बैराग, त्याग, संतोख, स्नेह, धर्म ਇਹਦੇ 'ਚ ਪੂਰਾ ਹੁੰਦਾ ਹੈ। ਇਹ ਬੰਦੇ ਕੋਲ ਹੋਏ ਤੇ ਬੰਦਾ ਉਹਦੀ ਅਪਲਿਫਟਿੰਗ ਹੁੰਦੀ ਹੈ। ਬੰਦੇ ਦੇ ਇਹ ਦੋਸਤ ਨੇ, ਇਹ ਸਨੇਹੀ ਨੇ, ਪਰ ਇਹਦੇ ਮੁਕਾਬਲੇ ਤੇ ਜਿਹੜੀਆਂ ਬੈਡ ਡੀਡਸ ਨੇ ਇਹ ਫੋਰਸਫੁਲੀ ਸਾਡੇ ਮਾਈਂਡ ਦੇ ਉੱਤੇ ਜਿਹੜਾ ਹੈ ਗ੍ਰਿਪ ਵਧਾਈ ਜਾਂਦੇ ਨੇ। ਬਾਬਾ ਕਬੀਰ ਜੀ ਕਹਿੰਦੇ ਮੈਂ ਤੇ ਇਹਨਾਂ ਤੋਂ ਕੁਝ ਵੀ ਨਹੀਂ ਲੈਣਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਗੁਰੂ ਮੇਰਾ ਕਲਿਆਣ ਕਰ, ਮੈਨੂੰ ਬਚਾ ਇਹਨਾਂ ਤੋਂ। ਜਿਮੀ ਨਾ ਹੀ ਮੈਂ ਕਿਸੇ ਕੀ ਬੋਈ, ਐਸਾ ਦੇਣ ਦੁਖਾਲਾ, ਤੇ ਮੇਰੇ ਵਾਸਤੇ ਦੁੱਖ ਤੋਂ ਬਿਨਾਂ ਹੋਰ ਕੁਛ ਨਹੀਂ ਜੀਵਨ ਵਿੱਚ। ਮੇਰੇ ਲਈ ਤੇ ਇਹ ਪਰੇਸ਼ਾਨੀ ਦਾ ਸਬਬ ਨੇ, ਸਿਰਫ ਤੇ ਸਿਰਫ ਦੁੱਖ ਦੇਣ ਦਾ ਸਬਬ ਨੇ। ਅਗਲਾ ਬਚਨ ਲਿਖਿਆ ਹੈ, ਨੌ ਡਾਂਡੀ 10 ਮੁਨਸਫ ਤਾਵੇਂ ਰਈਅਤ ਬਸਨ ਨਾ ਦੇਹੀ। ਇਹਨਾਂ ਸ਼ਬਦਾਂ ਨੂੰ ਬੜੇ ਗੌਰ ਨਾਲ ਦੇਖਿਆ। ਪਹਿਲਾਂ ਮੈਂ ਕਿਹਾ ਮਹਿੰਗੀ ਬਾਣੀ ਹੈ। ਨੌ ਡਾਂਡੀ ਇੱਕ ਤੇ ਹੁੰਦਾ ਕਿ ਜਿਹੜੇ ਲੋਕ ਖਾਸ ਕਰਕੇ ਰੱਸੀ ਕਸ਼ ਹੁੰਦੇ ਸੀਗੇ, ਜਿਹੜੇ ਪਟਵਾਰੀਆਂ ਦੇ ਨਾਲ ਕੁਝ ਰੱਸੀਆਂ ਲੈ ਕੇ ਇਲਾਕਾ ਮਪਾਇਸ਼ ਕਰਦੇ ਸੀ, ਉਹਨਾਂ ਨੂੰ ਡਾਂਡੀ ਕਿਹਾ ਜਾਂਦਾ ਸੀਗਾ ਕਿ ਇਹ ਡੰਡੀਆਂ ਮਾਰਨ ਵਾਲੇ ਨੇ, ਮਾਪਣ ਵਾਲੇ ਨੇ ਉਸ ਰੂਪ ਦੇ ਵਿੱਚ ਜਗ੍ਹਾ ਨੂੰ। ਦੂਸਰਾ ਡਾਂਡੀ, ਇਹ ਥੋੜ੍ਹਾ ਜਿਹਾ ਲਫ਼ਜ਼ ਅੱਜ ਕੱਲ੍ਹ ਪੰਜਾਬੀ ਜ਼ਬਾਨ 'ਚ ਡਿਫਰੈਂਟ ਵੇ ਨਾਲ ਯੂਜ਼ ਕੀਤਾ ਹੈ, ਡੰਡੀ। ਜਿੱਥੇ ਲਗਾਤਾਰ ਲੋਕ ਲੰਘਦੇ ਆਉਂਦੇ ਨੇ ਉਸ ਜਗ੍ਹਾ 'ਤੇ ਰਾਹ ਬਣ ਜਾਂਦਾ, ਡੰਡੀ ਪੈ ਜਾਂਦੀ ਹੈ। ਸੋ ਆਮ ਕਰਕੇ ਜਿਨ੍ਹਾਂ ਖੇਤਾਂ ਦੇ ਵਿੱਚ ਬਹੁਤ ਡੰਡੀਆਂ ਪੈ ਜਾਣ, ਬਹੁਤ ਲੰਘਣ, ਮਤਲਬ ਲੋਕ ਆਵਾਜਾਈ ਕਰਨ, ਉੱਥੇ ਫਸਲਾਂ ਨਹੀਂ ਉਗਦੀਆਂ। ਕੁਛ ਤੇ ਟੀਕੇ ਕਾਰਨ ਇਸ ਅਰਥ 'ਚ ਲਿਆਂਦਾ ਇਸ ਨੂੰ। ਪਰ ਜੇ ਅਸੀਂ ਅਗਲੇ ਬਚਨ ਨੂੰ ਪੜ੍ਹ ਦਈਏ, ਡੋਰੀ ਪੂਰੀ ਮਾਪੇ ਨੇ, ਫਿਰ ਡੋਰੀ ਦਾ ਮਤਲਬ ਇਹ ਹੈ ਉਹ ਡਾਂਡੀ ਦੀ ਗੱਲ ਹੋ ਰਹੀ ਹੈ, ਉਹ ਰੱਸੀ ਕਸ਼ ਕਰਨ ਵਾਲਿਆਂ ਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਕਿਆ 9 ਡਾਂਡੀ 9 ਗੋਲਕਾਂ, 2 ਨਾਸਕਾਂ, 1 ਮੂੰਹ, 2 ਅੱਖਾਂ, ਕੰਨ, ਸਾਡੀ ਗੁਦਾ, ਸਾਡਾ ਇੰਦਰਾ, ਇਹਦੀ ਬਾਤ ਹੋ ਰਹੀ ਹੈ ਇਸ ਰੂਪ ਦੇ ਵਿੱਚ ਕਿ ਇਹ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੇ ਮੈਨੂੰ ਫੋਰਸਫੁਲੀ ਆਪਣੇ ਮਗਰ ਲਾ ਲਿਆ। ਬਾਬਾ ਕਬੀਰ ਜੀ ਕਿਤੇ ਉਹਨਾਂ ਦੇ ਡਿਫਰੈਂਟ ਸ਼ਬਦਾਂ 'ਚ ਤੁਸੀਂ ਇਸ ਤਰ੍ਹਾਂ ਵੀ ਪੜ੍ਹਦੇ ਹੈਗੇ ਹੋ ਕਿ ਇੱਥੇ ਏਕ ਕੋਟ ਪੰਚ ਸਿਕਦਾਰ ਦੀ ਗੱਲ ਕੀਤੀ ਗਈ, ਉੱਥੇ ਕਿਹਾ ਦੇਹੀ ਗਾਮ ਜਿਉਧਰ ਮਹਿਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋਏ ਗਾਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਉ। ਐਗਜ਼ੈਕਟਲੀ ਇੱਕ ਡਿਫਰੈਂਟ ਮੈਟਾਫੋਰ ਦੇ ਵਿੱਚ ਇਹੀ ਥਾਟ ਜਿਹੜਾ ਆ ਇਹਦੀ ਪ੍ਰੈਜੈਂਟੇਸ਼ਨ ਹੋ ਰਹੀ ਹੈ। ਸੋਚ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਅੱਖਾਂ ਮੇਰੇ ਅੱਖ ਨਹੀਂ ਲੱਗ ਰਹੀਆਂ, ਨਕਟੂ ਨਾਸਕਾ ਮੇਰੇ ਆਖੇ ਨਹੀਂ ਲੱਗ ਰਹੀ, ਸਰਵਣੂ ਸਰੋਤ ਮੇਰੇ ਆਖੇ ਨਹੀਂ ਲੱਗ ਰਹੇ, ਜੋ ਮੇਰੇ ਆਪਣੇ ਸਰੀਰ ਤੇ ਮੇਰਾ ਕੰਟਰੋਲ ਨਹੀਂ ਰਹਿ ਗਿਆ, ਇਹਦੀ ਬਾਤ ਹੋ ਰਹੀ ਹੈ। ਇੱਥੇ ਬਚਨ ਆਇਆ 9 ਡਾਂਡੀ 10 ਮੁਨਸਫ ਤਾਵੇਂ। 10 ਮੁਨਸਫ ਪਟਵਾਰਖਾਨੇ ਦੇ ਕੋਲ ਪਾਵਰ, ਉਹਨਾਂ ਕੋਲ ਕੋਈ ਡਾਇਰੈਕਟਲੀ ਕੋਈ ਹਥਿਆਰ ਤੇ ਨਹੀਂ ਸੀ ਹੁੰਦਾ, ਵੈਪਨ ਤੇ ਨਹੀਂ ਸੀ ਹੁੰਦਾ। ਵੈਪਨ ਤੇ ਉਹਨਾਂ ਕੋਲ ਕਲਮ ਹੀ ਸੀ, ਲਿਖਾਵਟ ਸੀ, ਜਾਂ ਉਹਨਾਂ ਦੇ ਕੋਲ ਬੰਦੇ ਸੀ ਮਾਪਣ ਵਾਲੇ। ਉਸਨੇ ਕੋਈ ਡੋਰੀ ਮਾਪ ਦਿੱਤੀ ਤਾਂ ਉਸਨੇ ਕੁਝ ਇਲਾਕਾ ਮਾਪ ਕੇ ਕਹਿ ਦਿੱਤਾ ਕਿ ਇਹਦੇ ਇਲਾਕੇ ਦੇ ਖੇਤ 'ਚ ਇੰਨੀ ਫਸਲ ਹੋਈ ਹੈ ਤੇ ਇਸ ਫਸਲ ਦਾ ਇਤਨਾ ਇਸਨੇ ਹਾਲਾ ਦੇਣਾ ਆ, ਇੰਨਾ ਰੈਵਨਿਊ ਇਸਨੇ ਜਮ੍ਹਾਂ ਕਰਾਉਣਾ ਸਰਕਾਰੀ ਖਾਤੇ ਦੇ ਵਿੱਚ। ਬੰਦੇ ਨੇ ਕਿਹਾ ਵੀ ਪਟਵਾਰੀ ਜੀ ਇਹਨਾਂ ਤੇ ਹੈ ਨਹੀਂ ਗਾ, ਬਹੁਤ ਜ਼ਿਆਦਾ ਤੁਸੀਂ ਲਿਖ ਦਿੱਤਾ। ਉਹ ਕਹਿੰਦਾ ਨਹੀਂ, ਜਾਂ ਮੈਨੂੰ ਇੰਨਾ ਬਰਾਈਬ ਦੇ। ਹੁਣ ਉਹ ਰੈਵਨਿਊ ਜਮ੍ਹਾਂ ਕਰਾਉਂਦਾ ਤਾਂ ਵੀ ਮਰਦਾ ਹੈ, ਜੇ ਨਹੀਂ ਕਰਾਉਂਦਾ ਪਟਵਾਰੀ ਮੰਗਦਾ ਤਾਂ ਵੀ ਮਰਦਾ। ਉਹਦੇ ਕੋਲ ਤਾਂ ਹੈ ਹੀ ਕੁਛ ਨਹੀਂ, ਉਸ ਇਸ ਕਰਕੇ ਲੁੱਟ ਹੋ ਰਹੀ ਉਹਦੀ। ਉਹ ਕਿਸੇ ਤਰੀਕੇ ਨਾਲ ਕਹਿੰਦਾ ਵੀ ਭਾਈ ਮੇਰੇ ਕੋਲ ਤਾਂ ਹੈ ਨਹੀਂ ਕੁਛ, ਮੈਂ ਦੇ ਨਹੀਂ ਸਕਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਉਹ ਲਿਖ ਕੇ ਲੈ ਜਾਂਦਾ। ਫਿਰ 10 ਮੁਨਸਫ ਤਾਵੇਂ। ਮੁਨਸਫ ਜਿਹੜੇ ਸਰਕਾਰੀ ਸਿਪੇ ਸਾਲਾਰ ਨੇ, ਉਹ ਫਿਰ ਅਫਸਰਸ਼ਾਹੀ ਫੋਰਸਫੁਲੀ ਕਹਿ ਲਓ ਕਿ ਇਨਫੋਰਸਮੈਂਟ ਵਾਲੇ, ਉਹ ਫਿਰ ਚੜ੍ਹ ਕੇ ਆਉਂਦੇ ਉਸ ਰੂਪ ਦੇ ਵਿੱਚ। ਇੱਥੇ 10 ਮੁਨਸਫ, 10 ਗਿਆਨ ਇੰਦਰ ਤੇ ਕਰਮ ਇੰਦਰੀਆਂ ਦੀ ਗੱਲ ਕੀਤੀ ਗਈ। ਇਹ ਵਾਰ-ਵਾਰ ਉਹਨਾਂ ਬੈਡ ਡੀਡਸ ਦੇ ਇੰਪ੍ਰੈਸ਼ਨ ਦੇ ਅੰਡਰ ਆਉਂਦੇ ਤੇ ਫੋਰਸਫੁਲੀ ਸਾਨੂੰ ਉਸ ਪਾਸੇ ਨੂੰ ਲਿਜਾਂਦੇ ਜਿਹੜੇ ਪਾਸੇ ਸਾਨੂੰ ਜਾਣਾ ਨਹੀਂ ਚਾਹੀਦਾ। ਇੱਥੇ ਕਿਹਾ ਕਿ 9 ਡਾਂਡੀ 10 ਮੁਨਸਫ ਤਾਵੇਂ ਰਈਅਤ ਬਸਨ ਨਾ ਦੇਹੀ। ਰਈਅਤ ਜਿੱਥੇ ਬਹੁਤ ਲੁੱਟ ਹੋਏਗੀ, ਆਪ ਇਹ ਵੀ ਅਹਿਸਾਸ ਕਰੋ। ਅਸੀਂ ਸਾਊਥ ਏਸ਼ੀਆ ਦਾ ਹਾਲ ਦੇਖਦੇ ਹਾਂ, ਬੜੀ ਇੰਟੈਂਸ ਉੱਥੇ ਪਾਪੂਲੇਸ਼ਨ ਆ। ਛੋਟੇ ਜਿਹੇ ਇਲਾਕੇ ਦੇ ਵਿੱਚ 140 ਕਰੋੜ ਦੇ ਕਰੀਬ ਲੋਕ ਰਹਿੰਦੇ ਨੇ। ਕੋਈ ਛੋਟੀ ਪਾਪੂਲੇਸ਼ਨ ਨਹੀਂ ਗੀ, ਮਤਲਬ ਅਰਾਊਂਡ 1.5 ਬਿਲੀਅਨ ਦੇ ਕਰੀਬ ਲੋਕਾਂ ਦਾ ਵਸਣਾ ਕੋਈ ਕਮਾਲ ਦੀ, ਮਤਲਬ ਇੰਨੀ ਵੱਡੀ ਗਿਣਤੀ। ਜੇ ਆਪਾਂ ਰਿਸੋਰਸਿਸ ਦੇ ਲੈਵਲ 'ਤੇ ਦੇਖਦੇ ਹਾਂ ਤਾਂ ਰਿਸੋਰਸਿਸ ਦੇ ਲੈਵਲ 'ਤੇ ਦੁਨੀਆ ਪੱਧਰ ਦੇ ਵਿੱਚ
ਜੇ ਪੂਰੇ ਗਲੋਬ ਨੂੰ ਦੇਖੀਏ ਤੇ 2.2% ਤੋਂ ਵੱਧ ਰਿਸੋਰਸਿਸ ਜ਼ਮੀਨ ਪਾਣੀ ਕੁਛ ਵੀ ਨਹੀਂ ਉੱਥੇ। ਦੂਸਰੀ ਗੱਲ ਲੋਕੀ ਉੱਥੇ ਰਹਿਣਾ ਵੀ ਨਹੀਂ ਚਾਹੁੰਦੇ, ਇਹ ਵੀ ਸੱਚਾਈ ਹੈ। ਮਤਲਬ ਤੁਸੀਂ ਪਾਸਪੋਰਟ ਦਫ਼ਤਰਾਂ ਦੇ ਵਿੱਚ ਲੋਕਾਂ ਦਾ ਪਾਸਪੋਰਟ ਬਣਾਉਣ ਦੀ ਜਿਹੜੀ ਆ ਰਫਤਾਰ ਦੇਖੋ, ਉੱਥੇ ਐਮਬੈਸੀਜ਼ ਦੇ ਕੋਲ ਟਾਈਮ ਨਹੀਂ ਹੈਗਾ ਵਰਲਡ ਵਾਈਡ। ਮਤਲਬ ਛੋਟੇ ਤੋਂ ਛੋਟੇ ਮੁਲਕ ਗਵਾਂਢ ਦੇ 'ਚ ਥਾਈਲੈਂਡ ਦੀ ਗੱਲ ਕਰ ਲਓ ਤੁਸੀਂ, ਕੋਰੀਆ, ਜਾਪਾਨ, ਸਿੰਗਾਪੁਰ, ਮਲੇਸ਼ੀਆ, ਕਿਤੇ ਬਸ ਭੱਜਣ ਲਈ ਰੈਡੀ ਖਾੜੀ ਦੇਸ਼ਾਂ ਦੇ ਵਿੱਚ। ਅਤੇ ਜਿਹੜੇ ਨਾਰਥ ਅਮੈਰੀਕਨ ਜਾਂ ਯੂਰਪੀਅਨ ਡਿਵੈਲਪ ਨੇਸ਼ਨਸ ਦੇ ਨਾਲ ਤਾਂ ਗੱਲ ਹੀ ਕੀ ਕਹਿਣੀ। ਹਰ ਚੜ੍ਹਦੇ ਦਿਨ ਤੁਸੀਂ ਕੋਈ ਨਾ ਕੋਈ ਨਵੀਂ ਨਿਊਜ਼ ਵੀ ਸੁਣਦੇ ਹੋ ਸੋਸ਼ਲ ਮੀਡੀਆ 'ਤੇ, ਆਹ ਹੋ ਗਿਆ ਇਸ ਤਰੀਕੇ ਨਾਲ। ਇਹਦਾ ਕਾਰਨ ਕੀ ਹੈ ਕਿ ਜਿਹੜੀ ਰਈਅਤ ਆ ਉੱਥੇ ਵਸ ਨਹੀਂ ਸਕਦੀ, ਲੋਕ ਆਰਾਮ ਨਾਲ ਵੀ ਰੋਟੀ ਉੱਥੇ ਖਾ ਨਹੀਂ ਸਕਦੇ, ਕਿਉਂਕਿ ਜਿਹੜਾ ਕਰਪਸ਼ਨ ਆ ਉਹਨਾਂ ਨੂੰ ਇਤਨਾ ਬੌਦਰ ਕਰਦਾ, ਡੇ ਟੂ ਡੇ ਕਰਪਸ਼ਨ ਜਿਹੜਾ ਆ। ਮੇਰੇ ਮਿੱਤਰ ਹੈਗੇ ਨੇ ਪੈਸੀਫਿਕ ਦੇ ਵਿੱਚ, ਡਾਕਟਰ ਨੇ, ਬਹੁਤ ਪੁਰਾਣੇ ਆਏ ਨੇ, ਅਰਾਊਂਡ ਡੈਡ ਸਾਡੀ ਏਜ ਦੇ ਹੈਗੇ ਨੇ। ਅਤੇ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਹੋਈ, ਵੈਸੇ ਤਾਂ ਅਕਸਰ ਸਾਂਝ ਰਹੀ ਉਹਨਾਂ ਨਾਲ, ਪਰ ਇੱਕ ਵਾਰੀ ਗੱਲ ਹੋਈ ਅਤੇ ਉਹ ਦੇਖਿਆ ਮੈਂ, ਉਹਨਾਂ ਨੇ ਗੋਲਡ ਮੈਡਲਿਸਟ ਨੇ ਆਪਣੇ ਜ਼ਮਾਨੇ ਦੇ ਮੈਡੀਕਲ ਕਾਲਜ ਤੋਂ, ਅਤੇ ਬੜੀ ਵਧੀਆ ਪੋਜੀਸ਼ਨ 'ਤੇ ਸੀਗੇ ਉਹਦੀਆਂ, ਕੁਝ ਉਹਨਾਂ ਨੇ ਉੱਥੇ ਸਰਟੀਫਿਕੇਟ ਵਗੈਰਾ ਲਗਾਏ। ਅਤੇ ਮੈਂ ਕਿਹਾ ਉਸ ਜ਼ਮਾਨੇ ਦੇ ਵਿੱਚ ਜਦੋਂ ਸੋਚਿਆ ਵੀ ਨਹੀਂ ਹੋਣਾ ਵੀ ਕੈਨੇਡਾ ਵੀ ਐਗਜ਼ਿਸਟ ਕਰਦਾ ਕਿਤੇ, ਕਿਸੇ ਬੰਦੇ ਨੇ ਮਤਲਬ ਕਦੀ ਫਾਦਰ ਸਾਹਿਬ ਦੀ ਏਜ ਦੇ ਵਿੱਚ, ਉਸ ਜ਼ਮਾਨੇ ਦੇ ਵਿੱਚ 1955-60 ਦੇ ਨੇੜੇ, ਤੁਸੀਂ ਇੱਧਰ ਨਾਰਥ ਅਮਰੀਕਾ ਨੂੰ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੰਨੀ ਠੰਡ 'ਚ ਆਉਣਾ ਇਸ ਰੂਪ 'ਚ। ਉਹ ਕਹਿੰਦੇ ਗੱਲ ਇਹ ਹੋਈ ਕਿ ਮੈਂ ਮੈਡੀਕਲ ਕਰਕੇ, ਮੈਡੀਕਲ ਕਾਲਜ 'ਚੋਂ ਨਿਕਲਦਿਆਂ ਨਾਲ ਤੁਹਾਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਸੀ, ਤੁਸੀਂ ਸਰਕਾਰੀ ਡਾਕਟਰ ਬਣ ਜਾਂਦੇ ਸੀ। ਸਰਕਾਰੀ ਡਾਕਟਰ ਬਣ ਗਿਆ ਮੈਂ ਹੌਸਪੀਟਲ ਜਾਣਾ ਅਤੇ ਆਪਣਾ ਕੰਮਕਾਰ ਪੂਰਾ ਕਰਨਾ। ਅਰਾਊਂਡ ਕਹਿੰਦੇ ਕਿ ਸਵੇਰੇ ਹੁੰਦਾ ਸੀਗਾ 7 ਤੋਂ 12 ਵਜੇ ਤੱਕ, ਅਤੇ ਫਿਰ ਉਸ ਤੋਂ ਬਾਅਦ 2 ਵਜੇ ਤੱਕ ਲੰਚ ਟਾਈਮ ਹੁੰਦਾ ਸੀ, 2 ਤੋਂ ਬਾਅਦ ਫਿਰ 5 ਵਜੇ ਤੱਕ, ਇਸ ਤਰੀਕੇ ਦੀ ਜੋਬ ਹੁੰਦੀ ਸੀ। ਕਹਿੰਦੇ ਕਿ ਮੈਂ ਕਈ ਵਾਰੀ ਸੋਚਣਾ ਮੈਂ 7 ਵਜੇ ਨਾ ਜਾਣਾ, ਮੈਂ ਉੱਥੇ ਜਿਹੜੇ ਅਸਿਸਟੈਂਟ ਸੀਗੇ, ਜਿਹਨੂੰ ਕੰਪਾਊਂਡਰ ਵਗੈਰਾ ਕਹਿ ਦਿੰਦੇ ਅਸੀਂ, ਉਹਨਾਂ ਮੈਂ ਸਾਰਿਆਂ ਨੂੰ ਕਿਹਾ, ਮੈਂ ਕਿ ਮੈਂ ਥੋੜ੍ਹੀ ਲੇਟ ਆਵਾਂਗਾ, ਮੈਂ ਅਰਾਊਂਡ 7:30-8 ਵਜੇ ਜਾ ਕੇ ਸ਼ੁਰੂ ਕਰਨਾ। ਪਰ ਜਦੋਂ ਮੈਂ ਇੱਕ ਵਾਰੀ ਆ ਕੇ ਬੈਠ ਜਾਣਾ, ਫਿਰ ਮੈਂ ਕੋਈ ਲੰਚ ਨਹੀਂ ਲੈਣਾ, ਉੱਥੇ ਹੀ ਰਹਿਣਾ, ਕਿਉਂਕਿ ਲੋਕਾਂ ਦੀ ਪੂਰੀ ਲਾਈਨ ਲੱਗੀ ਰਹਿਣੀ। ਅਤੇ ਮੈਂ ਅਰਾਊਂਡ 5 ਵੀ ਨਹੀਂ, 6 ਵੀ ਨਹੀਂ, 7-8 ਵਜੇ ਤੱਕ, ਜਿੰਨੀ ਦੇਰ ਤੱਕ ਲਾਸਟ ਪੇਸ਼ੈਂਟ ਨੂੰ ਮੈਂ ਸਰਵ ਨਹੀਂ ਕਰ ਲਾਂ, ਮੈਂ ਜਾਣਾ ਨਹੀਂ। ਮੈਂ ਕਿਹਾ ਵੀ ਜੇ ਮੇਰੇ ਕੋਲ ਇਲਮ ਆਇਆ, ਜੇ ਮੇਰੇ ਕੋਲ ਸਕਿੱਲ ਆਈ ਹੈ, ਅਤੇ ਮੈਨੂੰ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈਗਾ। ਖੈਰੇ ਬਾਤ ਹੋਈ। ਕਹਿੰਦੇ ਹੋਇਆ ਕੀ ਕਿ ਜਿਹੜਾ ਸਾਡਾ ਚੀਫ ਮੈਡੀਕਲ ਆਫਿਸਰ ਸੀਗਾ, ਉਸਨੇ ਕਦੀ ਕੋਈ ਲੈਟਰ ਭੇਜ ਦੇਣਾ, ਕਦੀ ਆਪ ਆ ਜਾਣਾ, ਮਾੜੀ ਗੱਲ 'ਤੇ ਬੌਦਰ ਕਰਨਾ। 2-4 ਵਜੇ ਸ਼ਿਕਾਇਤ ਆਈ ਹੈ ਤੁਹਾਡੀ, ਤੁਸੀਂ ਪ੍ਰੋਪਰ ਜੋਬ ਨਹੀਂ ਕਰਦੇ। ਮੈਂ ਬੜਾ ਪਰੇਸ਼ਾਨ ਹੋਇਆ, ਮੈਂ ਕਿਹਾ ਹੱਦ ਹੋ ਗਈ, ਇਹ ਤੋਂ ਵਧੀਆ ਜੋਬ ਕੀ ਕਰਾਂਗਾ, ਕੋਈ ਕੁਤਾਹੀ ਹੋ ਰਹੀ ਹੈ। ਖੈਰ ਮੇਰਾ ਇੱਕ ਦੋਸਤ ਹੋਰ ਸੀਗਾ, ਸੇਮ ਮੇਰੇ ਬੈਚ 'ਚੋਂ ਨਿਕਲਿਆ, ਮੇਰੇ ਤੋਂ ਇੱਕ ਜਿਹੜਾ ਬੈਚ ਸੀਨੀਅਰ ਸੀਗਾ, ਉਹ ਕਿਤੇ ਮਿਲਣ ਆਇਆ। ਕਹਿੰਦਾ ਕਿਵੇਂ ਚੱਲਦੀ ਜੋਬ ਡਾਕਟਰ ਸਾਹਿਬ? ਕਹਿੰਦੇ ਡਾਕਟਰ ਸਾਹਿਬ ਜੋਬ ਕਾਹਦੀ ਚੱਲਣੀ, ਬੜਾ ਪਰੇਸ਼ਾਨ ਕੀਤਾ ਚੀਫ ਮੈਡੀਕਲ ਆਫਿਸਰ ਨੇ। ਉਹ ਕਹਿੰਦਾ ਕੋਈ ਗੱਲ ਹੀ ਨਹੀਂ, ਮੈਂ ਗੱਲ ਕਰਾਂਗਾ। ਉਹ ਖੈਰ ਗੱਲ ਹੋ ਗਈ। ਕਹਿੰਦੇ ਉਸ ਤੋਂ ਬਾਅਦ ਉਹ ਆਇਆ ਨਹੀਂ। ਮੈਂ ਕਿਹਾ ਵਾਹ ਕਮਾਲ ਹੈ, ਮੇਰੇ ਦੋਸਤ ਨੇ ਚੰਗੀ ਤਰ੍ਹਾਂ ਸਮਝਾਇਆ ਮੇਰੇ ਬਾਰੇ, ਦੈਟਸ ਗੁੱਡ। ਮਹੀਨੇ ਬਾਅਦ ਜਦੋਂ ਤਨਖਾਹ ਮਿਲੀ ਅਤੇ ਉਹ ਦੋਸਤ ਆ ਗਿਆ, ਕਹਿੰਦਾ ਆਪਣੀ ਤਨਖਾਹ ਦੇ ਵਿੱਚੋਂ ਉਸ ਜ਼ਮਾਨੇ ਦੇ ਵਿੱਚ ਕਹਿੰਦਾ ਮੈਨੂੰ 25 ਰੁਪਏ ਦੇ ਦੇ। ਮੈਂ ਕਿਹਾ ਦੇ ਤੇ। ਮੈਂ ਕਿਹਾ ਕੀ ਹੋਇਆ? ਕਹਿਣ ਲੱਗਾ ਹੁਣ ਆਏ ਮਹੀਨੇ ਦਿਆ ਕਰਨੇ, ਇਹ ਚੀਫ ਮੈਡੀਕਲ ਆਫਿਸਰ ਦੀ ਫੀਸ ਆ। ਕਹਿੰਦਾ ਓ ਮਾਈ ਗੁੱਡਨੈਸ, ਆਹ ਗੱਲ ਸੀ? ਕਹਿੰਦਾ ਹਾਂ, ਇਹ ਅਸੀਂ ਸਾਰੇ ਜਮ੍ਹਾਂ ਕਰਾਉਂਦੇ, ਤੂੰ ਵੀ ਕਰਾਇਆ ਕਰ। ਕਹਿੰਦਾ ਉਸੇ ਦਿਨ ਇਰਾਦਾ ਬਣਾ ਲਿਆ, ਰਹਿਣਾ ਨਹੀਂ ਇੱਥੇ। ਇਮਾਨਦਾਰੀ ਨਾਲ ਬੰਦਾ ਰੋਟੀ ਵੀ ਨਹੀਂ ਖਾ ਸਕਦਾ। ਜਦੋਂ ਮੈਂ ਕਿਸੇ ਤੋਂ ਕੁਝ ਬ੍ਰਾਈਬ ਇਨਟੇਕ ਹੀ ਨਹੀਂ ਕਰ ਰਿਹਾ, ਦੈਨ ਵਾਈ ਡੂ ਆਈ ਹੈਵ ਟੂ ਪੇ ਟੂਵਰਡ ਮਾਈ ਐਕਚੁਅਲੀ ਸੀਨੀਅਰਸ। ਕਹਿੰਦਾ ਉਸੇ ਦਿਨ ਮਨ ਬਣਾਇਆ। ਫਿਰ ਉਸ ਤੋਂ ਬਾਅਦ ਮੈਂ ਪਤਾ ਕੀਤਾ, ਇੱਥੇ ਅਰਾਊਂਡ ਉਹਨਾਂ ਦਿਨਾਂ ਦੇ ਵਿੱਚ ਕੁਝ ਡਾਕਟਰ ਅਤੇ ਇੰਜੀਨੀਅਰਸ ਵਾਸਤੇ ਇਹਨਾਂ ਨੇ ਕੁਝ ਓਪਨ ਕੀਤਾ ਸੀਗਾ, ਮੈਨੂੰ ਕਿਸੇ ਨੇ ਸੁਜੈਸ਼ਨ ਦਿੱਤਾ, ਮੈਂ ਆ ਗਿਆ। ਕਹਿੰਦੇ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ। ਰਈਅਤ ਬਸਣ ਨਾ ਦੇ, ਲੋਕ ਰਹਿਣਾ ਵੀ ਚਾਹਣ, ਰਈਅਤ ਰਹਿਣਾ ਵੀ ਚਾਹੇ, ਪਰ ਜਿੱਥੇ ਇਹੋ ਜਿਹਾ ਸਿਸਟਮ ਉੱਥੇ ਕਿਵੇਂ ਰਹੇਗਾ? ਹੁਣ ਗੱਲ ਕਰੀਏ ਆਪਣੇ ਅੰਦਰ ਦੀ ਦੁਨੀਆ ਦੇ ਵਿੱਚ। ਦੇਖੋ ਇੱਥੇ ਅਰਦਾਸਾਂ ਵੀ ਕੰਮ ਕਰਦੀਆਂ, ਪ੍ਰਾਰਥਨਾਵਾਂ ਵੀ ਕੰਮ ਕਰਦੀਆਂ, ਸੰਗਤ ਵੀ ਕੰਮ ਕਰਦੀ, ਵਾਰ-ਵਾਰ ਗੁਰੂ ਦੇ ਉਪਦੇਸ਼ ਨੂੰ ਪੜ੍ਹਨਾ ਸੁਣਨਾ ਵੀ ਕੰਮ ਕਰਦਾ। ਪਰ ਇਹ ਹੈ ਜੇ ਚੰਗੇ ਆਈਡੀਆਜ਼, ਥਾਟਸ, ਇਹ ਚੀਜ਼ਾਂ ਆਉਂਦੀਆਂ ਵੀ ਨੇ, ਫਿਰ ਅੰਦਰ ਕੁਝ ਨਾ ਕੁਝ ਇਹੋ ਜਿਹੀ ਖੁਰਾਫਾਤੀਅਤ ਹੁੰਦੀ, ਉਹਨੂੰ ਭਜਾ ਦਿੰਦੀ ਉੱਥੋਂ। ਦੈਨ ਵੀ ਹੈਵ ਟੂ ਰੀਕਾਲ ਆਵਰ ਐਕਚੁਅਲੀ ਯੂ ਕੈਨ ਸੇ ਜਿਹੜੀ ਗੁੱਡ ਥਾਟਸ ਨੇ,
ਚੰਗੀਆਂ ਵਾਈਬਸ ਨੂੰ ਫਿਰ ਦੁਬਾਰਾ ਰੀਕਾਲ ਕਰਨੀ ਪੈਂਦੀ, ਵਾਪਸ ਆਓ ਵਾਪਸ ਆਓ। ਇੱਥੇ ਬਾਬਾ ਕਬੀਰ ਜੀ ਕਹਿੰਦੇ, ਹੇ ਹਰ ਕੇ ਲੋਗਾ ਮੈਂ ਤੈਨੂੰ ਕੀ ਦੱਸਾਂ, ਨੌ ਡਾਂਡੀ ਦਸਮੁਨ ਸਿਫਤਾਵੇਂ ਰਈਅਤ ਬਸਨ ਨਾ ਦੇ। ਮੇਰੇ ਅੰਦਰ ਚੰਗੇ ਵਿਚਾਰਾਂ ਦੀ ਬਸਤੀ ਨਹੀਂ ਵਸਣ ਦੇ ਰਹੇ। ਡੋਰੀ ਪੂਰੀ ਮਾਪੈ ਨਾ ਹੀ ਬਹੁ ਬਿਸ਼ਟਾਲਾ ਲਹੀਂ। ਬਿਸ਼ਟਾਲਾ ਐਕਚੁਅਲ ਲੈਵਲ ਤੇ ਇਹ ਲਫ਼ਜ਼ ਨੂੰ ਹੀ ਕਿਹਾ ਜਾਂਦਾ, ਇਹ ਰਿਸ਼ਵਤ ਨੂੰ ਹੀ ਕਿਹਾ ਜਾਂਦਾ ਹੈ। ਲਫ਼ਜ਼ ਜ਼ਹਿਰ ਦੇ ਰੂਪ ਵਿੱਚ ਪ੍ਰਯੋਗ ਕੀਤਾ ਗਿਆ। ਵਿਸ਼ਟਾ ਦਾ ਆਲਾ ਮਤਲਬ ਜਿਹੜੀ ਵੱਡੀ ਹੈ, ਇਸ ਨੂੰ ਮਤਲਬ ਗੁਰੂ ਸਾਹਿਬ ਕਹਿੰਦੇ ਵੱਡੀ ਲੈ ਕੇ ਹੱਕ ਗਵਾਈ। ਵੱਡੀ ਹੈ ਹੀ ਹੈ। ਵੱਡੀ ਲਫ਼ਜ਼ ਜਿਹੜਾ ਬਣਿਆ, ਇਹ ਬਣਿਆ ਕਿਸੇ ਦੇ ਮਾਸ ਦੇ ਟੁਕੜੇ ਨੂੰ ਵੱਢ ਲੈਣਾ ਐਵੇਂ ਕਰਕੇ। ਕਸਾਈ ਦਾ ਕੰਮ ਹੈ ਇਹ। ਕੰਮ ਹੈ ਮਤਲਬ ਬਿਲਕੁਲ ਜਿਹਦੇ 'ਚ ਕੰਪੈਸ਼ਨ, ਜਿਹਦੇ 'ਚ ਕਾਈਂਡਨੈਸ ਹੈ ਹੀ ਨਹੀਂ ਗੀ। ਹੁਣ ਕਿਸੇ ਤੋਂ ਫੋਰਸਫੁਲੀ ਕਿਸੇ ਦੀ ਜੇਬ ਦਾ ਹਿੱਸਾ ਧੱਕੇ ਨਾਲ ਕੱਟ ਕੇ ਲੈਣਾ, ਐਕਚੁਅਲੀ ਇਹ ਕੰਮ ਬਿਸ਼ਟਾਲਾ ਹੀ, ਇਹ ਜ਼ਹਿਰ ਹੈ। ਸਭ ਜ਼ਿਕਰ ਕਰਦੇ ਇਹ ਜਿਹੜੇ ਵਕਾਰ ਨੇ, ਡੋਰੀ ਪੂਰੀ ਮਾਪੇ ਨਾ ਹੀ, ਇਹ ਆਪਣਾ ਸਹੀ ਕੰਮ ਨਹੀਂ ਕਰ ਰਹੇ ਹੈਗੀਆਂ। ਤੇ ਫੋਰਸਸ ਨੇ ਸਾਡੇ ਅੰਦਰ, ਐਕਚੁਅਲੀ ਇਹ ਜਿੰਨਾ ਕੁਝ ਵੀ ਹੈ ਸਾਡੇ ਅੰਦਰ ਐਨਰਜੀ ਹੈ, ਪਰ ਇਹਨਾਂ ਦਾ ਜਿਹੜਾ ਕੰਮ ਸਹੀ ਡਾਇਰੈਕਸ਼ਨ 'ਚ ਬਣਦਾ ਉਹ ਨਾ ਕਰਕੇ ਸਾਨੂੰ ਉਜਾੜਨ ਵਾਲੇ ਪਾਸੇ ਤੋਰ ਰਹੀਆਂ ਨੇ। ਇਸ ਕਰਕੇ ਕਿਹਾ ਇਹ ਬਿਸ਼ਟਾਲਾ ਜ਼ਹਿਰ ਖਾ ਰਹੀਆਂ ਨੇ। ਮੈਨੂੰ ਇਹੋ ਜਿਹੀ ਸੋਝੀ ਸਮਝ ਗਿਆਨ ਖਿਆਲ ਬਚਨ ਬੋਲ ਦੇ ਜਿਹਦੇ ਨਾਲ ਮੇਰਾ ਭਲਾ ਹੋਏ, ਆਲੇ ਦੁਆਲੇ ਦਾ ਭਲਾ ਹੋਏ, ਮੈਂ ਕਲਿਆਣ ਹਿਤ ਕਾਰਜਸ਼ੀਲ ਕਰਾਂ, ਉਜਾੜੇ ਹੇਤ ਨਹੀਂ। ਮੈਂ ਜ਼ਹਿਰ ਨਾ ਖਾਵਾਂ, ਮੈਂ ਅੰਮ੍ਰਿਤ ਖਾਵਾਂ, ਇਹ ਮੈਨੂੰ ਸੌਗਾਤ ਦੇ, ਇਹ ਮੈਨੂੰ ਨਵਾਜ਼ਿਸ਼ ਦੇ। ਇਸ ਕਰਕੇ ਆ ਬਹੁ ਬਿਸ਼ਟਾਲਾ ਲਹੀਂ 72 ਕਰ ਇੱਕ ਪੁਰਖ ਸਮਾਇਆ। ਬਚਾ ਕਿਵੇਂ ਹੋਏਗਾ? 72 ਕਰ ਅਗੇਨ ਪੁਰਾਣੇ ਏਂਸ਼ੀਅਨ ਲਿਟਰੇਚਰ 'ਚ ਬਾਤ ਬਿਆਨ ਕੀਤੀ ਗਈ ਕਿ ਸਾਡੇ ਸਰੀਰ ਦੀਆਂ 72,000 ਨਾੜੀਆਂ ਨੇ। ਐਕਚੁਅਲੀ ਕਿਸੇ ਨੇ ਮਾਪਾਇਸ਼ ਕਰਕੇ ਨਾਪੀਆਂ ਤੋਲੀਆਂ ਤੇ ਨਹੀਂ ਹੈਗੀਆਂ, ਮੈਟਾਫੋਰਿਕ ਵੇ ਨਾਲ ਬਾਤ ਕੀਤੀ ਕਿ ਇਹਦੇ 'ਚ ਐਡਾ ਵੱਡਾ ਕੰਪਲੈਕਸ ਸਿਸਟਮ ਹੈ, ਪਤਾ ਨਹੀਂ ਕਿੰਨੀਆਂ ਨਾੜੀਆਂ ਤੇ ਕੀ ਕੁਛ ਚੱਲ ਰਿਹਾ ਉਸ ਰੂਪ ਦੇ ਵਿੱਚ। ਇਹਦੇ ਅੰਦਰ 72 ਘਰ ਇੱਕ ਪੁਰਖ ਸਮਾਇਆ, ਇੱਕੋ ਪੁਰਖ ਸਮਾਇਆ, ਜਿਸ ਨੂੰ ਅੱਜ ਦਾ ਸਾਇੰਟਿਸਟ, ਅੱਜ ਦਾ ਸਕਾਲਰ ਸਟੀਫਨ ਹਾਕਿੰਗਸ ਕਹਿੰਦਾ ਆ ਗੋਡਲੀ ਪਾਰਟੀਕਲ ਐਬਿਲਿਟੀ। ਮਤਲਬ ਸਾਡੇ ਅੰਦਰ ਇੱਕ ਰੱਬੀ ਨਿਜ਼ਾਮਤ ਨੂੰ ਚਲਾਉਣ ਵਾਲੀ ਹਸਤੀ ਦਾ ਇੱਕ ਅੰਸ਼ ਸਾਡੇ ਅੰਦਰ ਵੀ ਮੌਜੂਦ ਹੈ, ਜਿਹੜਾ ਸਾਰੇ ਯੂਨੀਵਰਸ ਨੂੰ ਰਨ ਕਰਦਾ। ਸੇਮ ਕਿਸਮ ਦੀ ਐਨਰਜੀ ਦਾ ਅਸੀਂ ਸੋਰਸ ਹਾਂ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਕਿਹਾ ਗਿਆ ਕਿ ਉਹ ਸਾਡੇ ਅੰਦਰ ਵੀ ਵਸਦੀ ਹੈ। ਜੇ ਅਸੀਂ ਆਪਣੇ ਇਨਰ ਸਿਸਟਮ ਦੇ ਨਾਲ ਥੋੜ੍ਹਾ ਜਿਹਾ ਥਾਟਸ ਦੇ ਲੈਵਲ 'ਤੇ ਆਤਮਸਾਤ ਹੋ ਜਾਈਏ, ਸਾਡੇ ਅੰਦਰ ਐਬਿਲਿਟੀ ਆ ਸਕਦੀ ਹੈ, ਅਸੀਂ ਆਪਣੀਆਂ ਵੀਕਨੈਸਿਸ 'ਤੇ ਗ੍ਰਿਪ ਕਰ ਸਕਦੇ ਹਾਂ। That is the message behind these lines Baba Kabir ji is delivering, saying 72 ਘਰ ਇੱਕ ਪੁਰਖ ਸਮਾਇਆ, ਉਨ ਦਿਆ ਨਾਮ ਲਿਖਾਈ। ਹੁਣ ਨਾਮ ਲਿਖਾਈ ਸਪੋਜ਼ ਸਾਡੇ ਆਮ ਕਰਕੇ ਹੁੰਦਾ ਆ ਕਿ ਅੱਜ ਕੱਲ੍ਹ ਤਾਂ ਸਾਡੇ ਕੋਲ ਸਮਾਰਟ ਡਿਵਾਈਸਿਸ ਨੇ, ਅਸੀਂ ਸਾਰੇ ਆਪਣੇ ਸਕੈਜੂਲ ਬਣਾ ਲੈਂਦੇ ਹਾਂ, ਉਹਦੇ 'ਤੇ ਕੈਲੰਡਰ ਬਣਾ ਲੈਂਦੇ ਹਾਂ। ਪਰ ਪੁਰਾਣੇ ਸਮੇਂ ਦੇਖਦੇ ਹਾਂ, ਅਸੀਂ ਯਾਦ ਰੱਖਦੇ ਹਾਂ ਵੀ ਸਵੇਰੇ ਆਹ ਕੰਮ ਕਰਨਾ, ਅਗਲੇ ਹਫਤੇ ਆਹ ਕੰਮ ਕਰਨਾ, ਫਲਾਣੀ ਤਰੀਕ ਮੇਰੀ ਡਾਕਟਰ ਨੂੰ ਮਿਲਣਾ ਹੈ ਮੈਂ। ਫਿਰ ਲੋਕਾਂ ਨੇ ਕਿਹਾ ਨਹੀਂ ਐਕਚੁਅਲੀ ਭੁੱਲ ਜਾਂਦਾ ਬੰਦਾ, ਆਪਾਂ ਡਾਇਰੀ 'ਤੇ ਲਿਖ ਲੈਂਦੇ ਹਾਂ। ਫਿਰ ਡਾਇਰੀ 'ਤੇ ਲਿਖ ਲਿਆ, ਅੱਜ ਕੱਲ੍ਹ ਜਿਵੇਂ ਕਿ ਸਮਾਰਟ ਡਿਵਾਈਸਿਸ ਵਿੱਚ ਪਾ ਲਿਆ। ਜਿਹੜੀ ਚੀਜ਼ ਇਨ ਰਿਟਨ ਲਿਖ ਲਈ ਜਾਏ ਕਿਸੇ ਖਾਸ ਜਗ੍ਹਾ 'ਤੇ, ਤੇ ਬੰਦਾ ਉਹਨੂੰ ਰੀਵਿਜ਼ਿਟ ਵੀ ਕਰੇ, ਦੁਬਾਰਾ ਫਿਰ ਯਾਦ ਆ ਗਈ ਵੀ ਓਕੇ ਆਹ ਮੇਰਾ ਸਕੈਜੂਲ ਹੈ, ਆਹ ਮੈਂ ਕਰਨਾ ਇਸ ਰੂਪ ਦੇ ਅੰਦਰ ਹੈ। ਐਗਜ਼ੈਕਟਲੀ ਇਨ ਬਿਨ ਕੁਛ ਚੀਜ਼ਾਂ ਵਾਰ-ਵਾਰ ਰੈਪੀਟੀਸ਼ਨ ਦੇ ਨਾਲ ਸਾਡੇ ਸੁਰਤ 'ਚ ਲਿਖੀਆਂ ਜਾਂਦੀਆਂ ਨੇ। ਬਾਬਾ ਕਬੀਰ ਜੀ ਕਹਿੰਦੇ ਹੁਣ ਉਸ ਪੁਰਖ ਨੇ, ਉਸ ਰੱਬੀ ਗੋਡਲੀ ਪਾਰਟੀਕਲ ਐਬਿਲਿਟੀ ਨੇ ਮੈਨੂੰ ਇਹ ਮੈਨੂੰ ਇੰਨਾ ਸਟਰੈਂਥਨ ਕਰਤਾ ਕਿ ਮੈਂ ਕੁਛ ਚੀਜ਼ਾਂ ਆਪਣੇ ਅੰਦਰ ਪੱਕੀਆਂ ਲਿਖ ਲਈਆਂ ਨੇ ਹੁਣ, ਜਿਨ੍ਹਾਂ ਤੋਂ ਮੈਂ ਬਾਹਰ ਨਹੀਂ ਜਾ ਸਕਦਾ। ਆਈ ਹੈਵ ਸਮ ਸੋਰਟ ਆਫ ਸੈਲਫ ਡਿਸਿਪਲਿਨ ਐਂਡ ਦੈਟ ਡਿਸਿਪਲਿਨ ਇਜ਼ ਹੈਲਪਫੁਲ ਫॉर मी to live my life with good deeds, or you can say to attain the good deeds. ਇੱਥੇ ਬਾਤ ਉਹਦੀ ਕੀਤੀ ਗਈ ਕਿ ਉਨ ਦਿਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ। ਦਫ਼ਤਰ ਸੋਧਿਆ, ਪੁਰਾਣੇ ਸਮੇਂ ਇਹ ਹੁੰਦਾ ਸੀਗਾ ਕਿ ਜਿਹੜਾ ਦਫ਼ਤਰ ਸੀਗਾ, ਇਹ ਵੀ ਫਾਰਸੀ ਦਾ ਲਫ਼ਜ਼ ਹੈ। ਜਦੋਂ ਪਟਵਾਰੀ ਨੇ ਕੁਝ ਰਿਪੋਰਟ ਕਰਤੀ, ਸਿਪਾਹੀ ਚੜ੍ਹ ਕੇ ਆ ਗਿਆ, ਉਹਨੇ ਦਫ਼ਤਰ ਬੁਲਾ ਲਿਆ, ਚੱਲ ਭਾਈ ਤੈਨੂੰ ਉੱਥੇ ਜਾ ਕੇ ਤੇਰੀ ਪੇਸ਼ੀ ਹੋਏਗੀ। ਤੇ ਉਹ ਫਿਰ ਉਹ ਹਿਸਾਬ ਕਿਤਾਬ ਕਰਕੇ ਕਹਿੰਦੇ ਵੀ ਤੇਰਾ ਤੇ ਇੰਨਾ ਲੇਖਾ ਜੋਖਾ ਬਣਦਾ, ਦੇ ਭਾਈ। ਤੇ ਜਿਹੜੇ ਦਫ਼ਤਰ ਵਾਲੇ ਨੇ ਉਹ ਕਿਹੜਾ ਘੱਟ ਰਿਸ਼ਵਤਖੋਰ ਨੇ, ਉਸ ਤੋਂ ਬਾਅਦ ਤੰਗ ਕਰਦੇ। ਪਰ ਕਈ ਵਾਰ ਐਸੀ ਬਾਤ ਹੁੰਦੀ, ਕਿਸੇ ਦੀ ਡਾਇਰੈਕਟ ਰਸਾਈ ਰਾਜੇ ਤੱਕ ਹੋ ਗਈ, ਬਾਦਸ਼ਾਹ ਤੱਕ ਹੋ ਗਈ, ਤੇ ਬਾਦਸ਼ਾਹ ਨੇ ਉੱਥੋਂ ਅਨਾਊਂਸਮੈਂਟ ਕਰ ਦਿੱਤੀ ਕਿ ਭਾਈ ਇਸ ਬੰਦੇ ਨੂੰ ਕਿਸੇ ਨੇ ਤੰਗ ਨਹੀਂ ਕਰਨਾ, ਇਹ ਮੇਰਾ ਬੰਦਾ।
बस ਉਹਦੇ ਤੱਕ ਫਿਰ ਨਾ ਕੋਈ ਦਫ਼ਤਰ ਪਹੁੰਚਦਾ, ਨਾ ਦਫ਼ਤਰ ਵਾਲੇ ਖਾਤਾ ਲੈ ਕੇ ਪਹੁੰਚਦੇ, ਫਿਰ ਉਹ ਸਾਰੇ ਦਾ ਸਾਰਾ ਉਹਦਾ ਲੇਖਾ ਜਿਹੜਾ ਉੱਥੇ ਖਤਮ ਹੋ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਹੁਣ ਹਾਲਤ ਇਹ ਬਣੀ, ਧਰਮ ਰਾਏ ਕਾ ਦਫ਼ਤਰ ਸੋਧਿਆ, ਉਹਦੀ ਸੁਧਾਈ ਹੋ ਗਈ। ਹੋਣਗੇ ਹੋਰਾਂ ਵਾਸਤੇ ਕੁਝ ਉਹਨਾਂ ਲਈ ਜਿਹੜਾ ਹੈਗਾ ਉਹਨਾਂ ਦੇ ਲੇਖੇ ਜੋਖੇ, ਪਰ ਮੇਰਾ ਤੇ ਕਰਤਾਰ ਨੇ ਲੇਖਾ ਜੋਖੇ ਖਤਮ ਕਰਤਾ। ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ। ਰਿਜ਼ਮ ਮੀਨ ਜਿਹੜਾ ਸਾਡਾ ਸਟੈਂਡਿੰਗ ਬੈਲੈਂਸ ਹੁੰਦਾ ਕਿਸੇ ਵਾਲੇ ਪਾਸੇ, ਵੀ ਇਹਦਾ ਫਲਾਣੇ ਬੰਦੇ ਨੇ ਇੰਨਾ ਦੇਣਾ ਹੈਗਾ, ਮੇਰੀਆਂ ਦੇਣਦਾਰੀਆਂ ਖਤਮ ਹੋ ਗਈਆਂ ਸਾਰੀਆਂ। ਫਿਰ ਅੰਤਲਾ ਬਚਨਾ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਸੰਤਾਂ ਕੋ ਮਤ ਕੋਈ ਨਿੰਦੋ। ਆਪਾਂ ਅੱਜ ਦੀ ਦੁਨੀਆ ਵਿੱਚ ਵੀ ਦੇਖਦੇ ਹਾਂ, ਪਖੰਡਵਾਦ ਵੀ ਹੈ, ਅਡੰਬਰਵਾਦ ਵੀ ਹੈ, ਬਹੁਤ ਕੁਝ ਐਸੀਆਂ ਚੀਜ਼ਾਂ ਨੇ। ਯੂਰਪ ਦੇ ਵਿੱਚੋਂ ਉੱਠਿਆ ਮਾਰਕਸਿਜ਼ਮ, ਲੈਨਿਨਵਾਦ, ਜਿਹਨੇ ਧਰਮ ਸੰਸਥਾ ਦੇ ਖਿਲਾਫ ਲੋਕਾਂ ਨੂੰ ਕਿਹਾ ਕਿ ਭਾਈ ਧਰਮ ਬਹੁਤ, ਕਿਉਂਕਿ ਚਰਚ ਤੇ ਸਟੇਟ ਦਾ ਰੋਲ ਉਹਨਾਂ ਦੇਖਿਆ ਬੜਾ ਖਤਰਨਾਕ ਆ। ਜੇ ਸਾਡੇ ਉੱਥੇ ਖਿੱਤੇ ਦੇ ਵਿੱਚ ਜਿਵੇਂ ਬਾਣੀ ਦੇ ਵਿੱਚ ਬਚਨ ਆ ਰਿਹਾ ਹੈ ਕਿ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ, ਜਾਂ ਜਿਹਨੂੰ ਕਿਹਾ ਗਿਆ ਕਿ ਜਿਹੜਾ ਪੰਡਤ ਆ ਉਹ ਤੇ ਬਾਹਮਣ ਨਾਵੇ ਜੀਆਂ ਕਾਈ, ਕਸਾਈ ਹੈ ਅਸਲ ਦੇ ਵਿੱਚ, ਹੱਥ ਛੁਰੀ ਜਗਤ ਕਾ ਸਾਈ। ਉਹ ਤੇ ਜਗਤ ਨੂੰ ਸ਼ਾਹ ਰਗ ਵੱਢ ਰਿਹਾ, ਲਹੂ ਵਿੱਚ ਨਹਾ ਰਿਹਾ ਇਸ ਕਿਸਮ ਦੇ ਨਾਲ, ਕਿਉਂਕਿ ਇਸ ਕਿਸਮ ਦੇ ਧਰਮ ਦੀਆਂ ਮਾਨਤਾਵਾਂ ਜਾਂ ਧਰਮ ਦਾ ਇੱਕ ਸੁਪਰਸਟੀਸ਼ੀਅਸ ਟਰੈਪ ਕ੍ਰੀਏਟ ਕੀਤਾ, ਜਿਹਦੇ 'ਚ ਆਮ ਮਨੁੱਖ ਦਾ ਜਿਉਣਾ ਵੀ ਦੁਸ਼ਵਾਰ ਹੋ ਗਿਆ। ਇਸ ਸਭ ਤੋਂ ਤੇ ਪਰਹੇਜ਼ਗਾਰ ਹੋਣਾ, ਬਚਣਾ ਆ। ਪਰ ਇਹਦੇ ਨਾਲ ਨਾਲ ਜਿਵੇਂ ਆਪਾਂ ਗੁਰਮਤ ਸਕੂਲ ਦੀ ਗੱਲ ਕਰਦੇ ਹਾਂ, ਤੁਹਾਨੂੰ ਇਹੋ ਜਿਹੇ ਲੋਕ ਮਿਲ ਜਾਣਗੇ ਜਿਹੜੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਵੀ ਕਮਿਊਨਿਜ਼ਮ ਦੀ ਗੱਲ ਕਰਦੇ, ਗੁਰੂ ਨਾਨਕ ਸਾਹਿਬ ਦੇ ਖਿਲਾਫ ਵੀ ਬੋਲ ਜਾਣਗੇ। ਕੱਲ੍ਹ ਬਾਤ ਹੋ ਰਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੱਲ ਕਰ ਰਹੇ ਸੀ ਅਸੀਂ, ਮਤਲਬ 300 ਸਾਲ ਪਿੱਛੇ, ਇਹ ਕੋਈ ਐਂਸ਼ੀਅੰਟ ਟਾਈਮ ਦੀ ਹਿਸਟਰੀ ਥੋੜ੍ਹਾ ਆ। ਰਾਈਟਿੰਗਸ ਪਈਆਂ ਤੁਹਾਡੇ ਕੋਲ ਸਾਰੀਆਂ, ਐਸੇ ਪਾਤਸ਼ਾਹ ਜੀ ਨੇ ਸਭ ਕੁਝ ਨਿਛਾਵਰ ਕਰਕੇ ਮਾਨਵਤਾ ਤੋਂ, ਤੇ ਫਿਰ ਇਹ ਕਿਹਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਮਤਲਬ ਖਾਲਸਾ मेरो रूप है खास, खालसे मैं हूं करो निवास। खालसा मेरा सतगुर पूरा, ਉਹਨੂੰ ਹੀ ਸਭ ਕੁਝ ਕਹਿਤਾ। ਇਹੋ ਜਿਹੇ ਰੂਹਾਨੀ ਰੂਹਾਂ ਨੂੰ, ਇਹੋ ਜਿਹੀ ਹੈ ਜਿਨ੍ਹਾਂ ਨੂੰ ਉਹਨਾਂ ਦੀ ਕੋਈ ਨਿੰਦਿਆ ਕਰੇ, ਉਹਨਾਂ ਦੇ ਖਿਲਾਫ ਕੋਈ ਬਾਤ ਕਰੇ, ਉਹਦੀ ਬਾਤ ਹੋ ਰਹੀ ਹੈ। ਬੰਦੇ ਤੇਰਾ ਭਲਾ ਕਿਵੇਂ ਹੋਏਗਾ? ਫਿਰ ਬਾਬਾ ਕਬੀਰ ਜੀ ਕਹਿੰਦੇ ਕੋਈ ਤੇ ਸਟੈਂਡਰਡ ਸੈੱਟ ਕਰੇਗਾ ਜਿਸ ਤੋਂ ਪ੍ਰੇਰਨਾ ਲਏਗਾ। ਇਸ ਕਰਕੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂਕ ਕੋ ਨੌ ਵਿਵੇਕੋ। ਵਿਵੇਕ ਇੱਕ ਸ਼ਕਤੀ ਹੈ ਜਿਹਨੂੰ ਮੈਂ ਗੋਡਲੀ ਪਾਰਟੀਕਲ ਐਬਿਲਿਟੀ ਕਿਹਾ, ਅੱਜ ਅਸੀਂ ਇਨਰ ਇਨਸਟਿੰਕਟ ਕਹਿੰਦੇ ਹਾਂ। ਉਹੀ ਐਬਿਲਿਟੀ ਸਾਡੇ ਅੰਦਰ ਐਨਰਜੀ ਦੇ ਲੈਵਲ 'ਤੇ, ਜਦੋਂ ਵਿਜ਼ਡਮ ਦੇ ਲੈਵਲ 'ਤੇ ਸਾਡੇ ਅੰਦਰ ਦੁਹਰਾਈ ਜਾਂਦੀ ਹੈ, ਅਤੇ ਬਾਡੀ ਦਾ ਹਰ ਸੈੱਲ ਸਾਨੂੰ ਦੱਸਦਾ ਹੈ what to do, where to go and what is the good for you and for this world। ਜਦੋਂ ਇਸ ਲੈਵਲ ਦਾ ਬੰਦਾ ਆਪਣੀ ਕੰਸਨਟ੍ਰੇਸ਼ਨ ਲੈ ਆਉਂਦਾ ਆ, ਡੈਫੀਨੇਟਲੀ ਉਹਦੇ ਡਿਸੀਜਨ ਠੀਕ ਹੋ ਜਾਂਦੇ ਨੇ। ਮਹਾਰਾਜ ਬਖਸ਼ਿਸ਼ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਸਾਨੂੰ ਪ੍ਰੇਰਨਾ ਮਿਲੇ, ਸੀ ਗੁਰਮਤੀਏ ਹੋ ਸਕੀ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ। ਢਾਡੀ ਵੀਰ ਆ ਗਏ ਨੇ, ਅਗਲੀ ਹਾਜ਼ਰੀ ਉਹ ਭਰਨਗੇ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਸਮਾਪਨ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।